सो अगर असी अफसीना दा 6वां भाग उसकी 10वीं आयत ਨੂੰ देखिए 10 ਤੋਂ 13 ਜਿਹੜੀ ਆਇਤ ਆ ਉਸ ਦੇ ਵਿੱਚ ਇਹ ਹੈ ਕਿ ਅੰਤ ਦੇ ਵਿੱਚ ਮੇਰਾ ਕਹਿਣਾ ਹੈ ਕਿ ਪ੍ਰਭੂ ਤੋਂ ਆਪਣਾ ਬਲ ਪ੍ਰਾਪਤ ਕਰੋ ਅਤੇ ਉਸ ਦੀ ਸ਼ਕਤੀ ਨੂੰ ਸਵੀਕਾਰ ਕਰੋ। ਸੋ ਪ੍ਰਭੂ ਦਾ ਬਲ ਤੇ ਪ੍ਰਭੂ ਦੀ ਸ਼ਕਤੀ ਕੀ ਆ? ਇਹ ਕੀ ਆ? ਅਗਰ ਇਹ ਦੋ ਚੀਜ਼ਾਂ ਅਸੀਂ ਪ੍ਰਭੂ ਤੋਂ ਸਭ ਤੋਂ ਪਹਿਲਾਂ ਪ੍ਰਾਪਤ ਕਰਦੇ हैं और उस तो मंगते हैं और ये मंगे ते मिलदियां, क्योंकि प्रभु यसु मसीह ने सानू अपने चेलियां नू दस्सिया सी कि बल प्राप्त कीते बगैर तुसीं इत्थों बाहर नहीं जाना। मेरे नाल लूका दा 24वां भाग कड्डो, ओदी 36 तो 49 आयत असीं देखते हैं कि उत्थे जिसले प्रभु यसु मसीह अपने चेलियां दे कोल मुर्दियां च जी उठण तो बाद आए आ ਤੇ ਪ੍ਰਭੂ ਦਾ ਇੱਕ ਖਾਸ ਹੁਕਮ ਅਸੀਂ ਕਦੀ ਵੀ ਜਿਹੜੀ ਸਪਿਰਚੁਅਲ ਵਾਰਫੇਅਰ ਆ ਉਹ ਔਨ ਅਵਰ ਔਨ ਨਹੀਂ ਜਾ ਸਕਦੇ, ਆਪਣੇ ਆਪ ਨਹੀਂ ਉੱਥੇ ਜਾ ਸਕਦੇ, ਕਿਉਂਕਿ ਉਹ ਜਿਹੜੀ ਜੰਗ ਆ ਉਹ ਪ੍ਰਭੂ ਦੀ ਆ। ਅਸੀਂ ਸਿਰਫ ਵੈਸਲ ਜਿਹੜੇ ਉੱਥੇ ਜਾਂਦੇ, ਅਸੀਂ ਸਿਰਫ ਉਸਦੇ ਭਾਂਡੇ ਆ ਜਿਹੜਾ ਨੂੰ ਉਹ ਲੈ ਕੇ ਜਾਂਦਾ। ਮੇਰੇ ਨਾਲ ਲੂਕਾ ਦਾ 24ਵਾਂ ਭਾਗ ਪੰਨਾ 159 ਉਸਦੀ 36 ਆਇਤ ਤੋਂ ਲੈ ਕੇ ਉਸਦੀ 49 ਆਇਤ ਤੱਕ ਜਿਸ ਨੂੰ ਮਿਲ ਜਾਏ ਉਹ ਪੜ੍ਹਦੇ। ਮੈਂ ਪੜ੍ਹਨੇ ਮਾਸਟਰ ਜੀ? ਹਾਂਜੀ ਗੋ ਹੈਡ ਮੇਰੀ ਗੱਲ। ਹਾਂਜੀ। ਪ੍ਰਭੂ ਯਿਸੂ ਦਾ ਚੇਲਿਆਂ ਨੂੰ ਦਰਸ਼ਨ ਦੇਣਾ। ਉਹ ਲੋਕੀ ਇਹ ਗੱਲਾਂ ਕਰ ਰਹੇ ਸਨ ਕਿ ਯਿਸੂ ਆਪ ਉਹਨਾਂ ਦੇ ਵਿਚਕਾਰ ਆ ਖੜੇ ਹੋਏ। ਉਹਨਾਂ ਨੇ ਚੇਲਿਆਂ ਨੂੰ ਕਿਹਾ, ਤੁਹਾਨੂੰ ਸ਼ਾਂਤੀ ਮਿਲੇ। ਪਰ ਉਹ ਸਹਿਮ ਗਏ ਅਤੇ ਡਰ ਗਏ। ਉਹ ਸੋਚਣ ਲੱਗੇ ਕਿ ਉਹ ਭੂਤ ਦੇਖ ਰਹੇ ਹਨ। ਯਿਸੂ ਨੇ ਉਹਨਾਂ ਨੂੰ ਆਖਿਆ, ਤੁਸੀਂ ਕਿਉਂ ਘਬਰਾ ਗਏ ਹੋ? ਤੁਹਾਡੇ ਦਿਲਾਂ ਵਿੱਚ ਸ਼ੱਕ ਕਿਉਂ ਆ ਰਿਹਾ ਹੈ? ਮੇਰੇ ਹੱਥ ਪੈਰ ਦੇਖੋ, ਮੈਂ ਹੀ ਹਾਂ। ਮੈਨੂੰ ਹੱਥ ਲਾ ਕੇ ਦੇਖੋ, ਕਿਉਂਕਿ ਭੂਤ ਦੇ ਮਾਸ ਅਤੇ ਹੱਡੀਆਂ ਨਹੀਂ ਹੁੰਦੀਆਂ ਹਨ, ਜਿਸ ਤਰ੍ਹਾਂ ਤੁਸੀਂ ਮੇਰੇ ਵਿੱਚ ਦੇਖ ਰਹੇ ਹੋ। ਇਹ ਕਹਿ ਕੇ ਯਿਸੂ ਨੇ ਉਹਨਾਂ ਨੂੰ ਆਪਣੇ ਹੱਥ ਪੈਰ ਦਿਖਾਏ। ਉਹ ਖੁਸ਼ੀ ਤੇ ਹੈਰਾਨੀ ਨਾਲ ਭਰ ਗਏ ਸਨ ਕਿ ਉਹਨਾਂ ਨੂੰ ਇਸ ਸਭ ਉੱਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ। ਉਹ ਬਹੁਤ ਹੈਰਾਨ ਵੀ ਸਨ। ਇਸ ਲਈ ਯਿਸੂ ਨੇ ਉਹਨਾਂ ਤੋਂ ਪੁੱਛਿਆ, ਕੀ ਤੁਹਾਡੇ ਕੋਲ ਕੁਝ ਖਾਣ ਲਈ ਹੈ? ਉਹਨਾਂ ਨੇ ਯਿਸੂ ਨੂੰ ਇੱਕ ਭੁੱਜੀ ਹੋਈ ਮੱਛੀ ਦਾ ਟੁਕੜਾ ਦਿੱਤਾ। ਯਿਸੂ ਨੇ ਉਹ ਲਿਆ ਅਤੇ ਉਹਨਾਂ ਦੇ ਸਾਹਮਣੇ ਖਾਧਾ। ਫਿਰ ਯਿਸੂ ਨੇ ਚੇਲਿਆਂ ਨੂੰ ਕਿਹਾ, ਇਹ ਉਹ ਗੱਲਾਂ ਹਨ ਜਿਹੜੀਆਂ ਮੈਂ ਤੁਹਾਨੂੰ ਤੁਹਾਡੇ ਨਾਲ ਰਹਿੰਦਿਆਂ ਹੋਇਆਂ ਆਖੀਆਂ ਸਨ ਕਿ ਜੋ ਕੁਝ ਮੂਸਾ ਨਬੀਆਂ ਦੀਆਂ ਪੁਸਤਕਾਂ ਅਤੇ ਭਜਨਾਂ ਦੀਆਂ ਪੁਸਤਕਾਂ ਵਿੱਚ ਮੇਰੇ ਬਾਰੇ ਲਿਖਿਆ ਹੈ ਉਹ ਸਭ ਜ਼ਰੂਰ ਪੂਰਾ ਹੋਵੇਗਾ। ਫਿਰ ਯਿਸੂ ਨੇ ਚੇਲਿਆਂ ਦੀ ਬੁੱਧੀ ਖੋਲ ਦਿੱਤੀ ਕਿ ਉਹ ਧਰਮ ਗ੍ਰੰਥ ਨੂੰ ਸਮਝ ਸਕਣ ਅਤੇ ਉਹਨਾਂ ਨੂੰ ਕਿਹਾ, ਮਸੀਹ ਦੇ ਬਾਰੇ ਧਰਮ ਗ੍ਰੰਥ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ ਕਿ ਉਹ ਦੁੱਖ ਸਹੇਗਾ ਅਤੇ ਤੀਜੇ ਦਿਨ ਮੁਰਦਿਆਂ ਵਿੱਚੋਂ ਜੀ ਉੱਠੇਗਾ। ਯਰੂਸ਼ਲਮ ਤੋਂ ਸ਼ੁਰੂ ਕਰਕੇ ਸਾਰੇ ਦੇਸ਼ਾਂ ਦੇ ਲੋਕਾਂ ਵਿੱਚ ਉਸ ਦੇ ਨਾਂ ਉੱਤੇ ਮਨ ਦੇ ਬਦਲਣ ਅਤੇ ਪਾਪਾਂ ਦੀ ਮਾਫੀ ਦਾ ਪ੍ਰਚਾਰ ਕੀਤਾ ਜਾਵੇਗਾ। ਤੁਸੀਂ ਇਹਨਾਂ ਸਾਰੀਆਂ ਗੱਲਾਂ ਦੇ ਗਵਾਹ ਹੋ। ਮੈਂ ਆਪ ਉਸ ਨੂੰ ਤੁਹਾਡੇ ਉੱਤੇ ਘੱਲਾਂਗਾ ਜਿਸ ਦਾ ਮੇਰੇ ਪਿਤਾ ਨੇ ਤੁਹਾਨੂੰ ਵਚਨ ਦਿੱਤਾ ਹੈ, ਪਰ ਤੁਸੀਂ ਉਸ ਸਮੇਂ ਤੱਕ ਯਰੂਸ਼ਲਮ ਵਿੱਚ ਹੀ ਰਹਿਣਾ ਜਦੋਂ ਤੱਕ ਤੁਹਾਨੂੰ ਉੱਪਰੋਂ ਬਲ ਨਾ ਮਿਲੇ। ਬਲ ਨਾ ਮਿਲੇ, ਬਸ ਇੱਥੇ ਤੱਕ ਠੀਕ ਹੈ। ਜਿੰਨੀ ਦੇਰ ਤੱਕ ਇਹ ਸਾਰੀ ਚੀਜ਼ ਜਿਹੜੀ ਹੋ ਰਹੀ ਆ, ਇਸ ਨੂੰ ਅਸੀਂ ਪੂਰੇ ਹਿੱਸੇ ਨੂੰ ਇਸ ਕਰਕੇ ਪੜ੍ਹਿਆ ਕਿ ਚੇਲੇ ਜਿਹੜੇ ਆ ਉਹਨਾਂ ਨੂੰ ਹਾਲੇ ਪਵਿੱਤਰ ਆਤਮਾ ਮਿਲਿਆ ਨਹੀਂ, ਲੇਕਿਨ ਪ੍ਰਭੂ ਨੇ ਉਹਨਾਂ ਨੂੰ ਪਹਿਲਾਂ ਵੀ ਦਰਸ਼ਨ ਦਿੱਤੇ ਆ। ਪ੍ਰਭੂ ਨੇ ਉਹਨਾਂ ਨੂੰ ਦੁਬਾਰਾ ਦਰਸ਼ਨ ਦਿੱਤੇ ਆ ਔਰ ਇਹ ਸਮਝਦੇ ਪਏ ਆ ਕਿ ਇਹ ਭੂਤ ਆ, ਉਹ ਡਰਦੇ ਪਏ। ਔਰ ਪ੍ਰਭੂ ਨੇ ਉਹਨਾਂ ਨੂੰ ਆਪਣੇ ਹੱਥ ਪੈਰ ਦਿਖਾਏ ਕਿ ਦੇਖ, ਹੱਥ ਭੂਤ ਦੇ ਹੱਥ ਪੈਰ ਤਾਂ ਨਹੀਂ ਨਾ ਹੁੰਦੇ, ਮੇਰੇ ਤਾਂ ਹੱਥ ਪੈਰ ਆ, ਮੈਨੂੰ ਕੁਝ ਖਾਣ ਨੂੰ ਦਿਓ। ਉਹਨਾਂ ਦੇ ਨਾਲ ਬੈਠ ਕੇ ਪ੍ਰਭੂ ਨੇ ਖਾਧਾ। ਲੇਕਿਨ ਪ੍ਰਭੂ ਨੇ ਉਹਨਾਂ ਨੂੰ ਇਹ ਕਿਹਾ ਕਿ ਤੁਸੀਂ ਉਨੀ ਦੇਰ ਤੱਕ ਨਹੀਂ ਜਾਣਾ ਜਿੰਨੀ ਦੇਰ ਤੱਕ ਕਿ ਤੁਹਾਨੂੰ ਉੱਪਰ ਤੋਂ ਬਲ ਪ੍ਰਾਪਤ ਨਾ ਹੋਈ। ਔਰ ਜਿਸਲੇ ਤੁਹਾਨੂੰ ਉੱਪਰ ਤੋਂ ਬਲ ਪ੍ਰਾਪਤ ਹੋਵੇਗਾ ਤੇ ਫਿਰ ਤੁਸੀਂ ਯਰੂਸ਼ਲਮ ਤੋਂ ਸ਼ੁਰੂ ਕਰਕੇ ਸਾਰੇ ਦੇਸ਼ਾਂ ਦੇ ਵਿੱਚ ਉਸਦੇ ਨਾਂ ਉੱਤੇ ਮਨ ਦੇ ਬਦਲਣ ਅਤੇ ਪਾਪਾਂ ਦੀ ਮਾਫੀ ਦਾ ਪ੍ਰਚਾਰ ਕੀਤਾ ਜਾਵੇਗਾ। ਤੁਸੀਂ ਇਹ ਸਾਰੀਆਂ ਗੱਲਾਂ ਦੇ ਗਵਾਹ ਹੋ। ਔਰ ਦੂਸਰੀ ਚੀਜ਼ ਕੀ ਹੋਈ ਹੈ ਕਿ ਪ੍ਰਭੂ ਯਿਸੂ ਮਸੀਹ ਨੇ ਇਸ ਬਲ ਦੇ ਨਾਲ ਉਹਨਾਂ ਦੀ ਬੁੱਧੀ ਖੋਲੀ। ਯਾਨੀ ਕਿ ਇਹ ਇੱਕ ਐਸਾ ਬਲ ਹੈ, ਇਹ ਸਿਰਫ ਸਾਡੇ ਇਸ ਸਰੀਰ ਦਾ ਬਲ ਨਹੀਂ, ਇਹ ਬੁੱਧੀ ਦਾ ਬਲ। ਪ੍ਰਭੂ ਨੇ
ਉਹਨਾਂ ਦੀ ਬੁੱਧੀ ਉਸਦੇ ਨਾਲ ਖੋਲ ਦਿੱਤੀ। ਔਰ ਅਗਰ ਅਸੀਂ ਆਈਏ ਚੇਲਿਆਂ ਦੇ ਕਰਤੱਵ, ਇੱਥੇ ਬਲ ਦੱਸਿਆ ਗਿਆ ਔਰ ਚੇਲਿਆਂ ਦੇ ਕਰਤੱਵ ਦੇ ਵਿੱਚ ਸ਼ਕਤੀ ਦੱਸੀ ਗਈ ਆ। ਔਰ ਉਸਦਾ ਕਿ ਕਿਸ ਤਰ੍ਹਾਂ ਪਹਿਲਾ ਚੈਪਟਰ ਚੇਲਿਆਂ ਦੇ ਕਰਤੱਵ ਦਾ ਔਰ ਉਸਦੀ 6 ਆਇਤ ਤੋਂ ਲੈ ਕੇ 9 ਆਇਤ ਤੱਕ 3 ਆਇਤਾਂ 4 ਆਇਤਾਂ ਅਸੀਂ ਦੇਖਾਂਗੇ। ਔਰ ਪ੍ਰਭੂ ਦੇ ਵਚਨ ਦੇ ਵਿੱਚ ਇਸ ਤਰ੍ਹਾਂ ਲਿਖਿਆ, ਇਸ ਨੂੰ ਮੈਂ ਪੜ੍ਹ ਦਿੰਦਾ। ਜਦੋਂ ਉਹ ਸਾਰੇ ਇਕੱਠੇ ਹੋਏ ਤਾਂ ਚੇਲਿਆਂ ਨੇ ਯਿਸੂ ਤੋਂ ਪੁੱਛਿਆ, ਪ੍ਰਭੂ ਜੀ, ਕੀ ਤੁਸੀਂ ਇਸ ਵੇਲੇ ਇਜ਼ਰਾਈਲੀਆਂ ਦੀ ਕੌਮ ਦਾ ਰਾਜ ਫਿਰ ਸਥਾਪਿਤ ਕਰੋਗੇ? ਉਹਨਾਂ ਨੇ ਚੇਲਿਆਂ ਨੂੰ ਉੱਤਰ ਦਿੱਤਾ, ਇਹ ਤੁਹਾਡਾ ਕੰਮ ਨਹੀਂ ਹੈ ਕਿ ਤੁਸੀਂ ਨਿਸ਼ਚਿਤ ਸਮਿਆਂ ਅਤੇ ਵੇਲਿਆਂ ਦੇ ਬਾਰੇ ਜਾਣੋ ਜਿਨ੍ਹਾਂ ਨੂੰ ਪਰਮੇਸ਼ਰ ਨੇ ਆਪਣੇ ਅਧਿਕਾਰ ਦੇ ਵਿੱਚ ਰੱਖਿਆ ਹੈ। ਪਰ ਜਦੋਂ ਪਵਿੱਤਰ ਆਤਮਾ ਤੁਹਾਡੇ ਉੱਤੇ ਉਤਰੇਗਾ ਤਾਂ ਤੁਸੀਂ ਸ਼ਕਤੀ ਪ੍ਰਾਪਤ ਕਰੋਗੇ। ਤੁਸੀਂ ਸ਼ਕਤੀ ਪ੍ਰਾਪਤ ਕਰੋਗੇ ਤੇ ਤੁਸੀਂ ਯਰੂਸ਼ਲਮ ਵਿੱਚ, ਸਾਰੇ ਯਹੂਦੀਆ ਵਿੱਚ, ਸਾਰੇ ਸਾਮਰੀਆ ਦੇ ਵਿੱਚ ਤੇ ਪ੍ਰਿਥਵੀ ਦੀਆਂ ਹੱਦਾਂ ਅੰਤਾਂ ਤੱਕ ਮੇਰੇ ਸਾਥੀ ਹੋਵੋਗੇ। ਇਹ ਕਹਿ ਚੁੱਕਣ ਦੇ ਪਿੱਛੋਂ ਯਿਸੂ ਉਹਨਾਂ ਦੇ ਦੇਖਦਿਆਂ ਉੱਪਰ ਉਠਾ ਲਏ ਗਏ ਅਤੇ ਬੱਦਲ ਨੇ ਉਹਨਾਂ ਨੂੰ ਚੇਲਿਆਂ ਦੇ ਅੱਖਾਂ ਤੋਂ ਲੁਕੋ ਲਿਆ। ਸੋ ਸ਼ਕਤੀ, ਬਲ ਅਤੇ ਸ਼ਕਤੀ, ਬਲ ਔਰ ਸ਼ਕਤੀ ਜਿਹੜੀ ਆ ਉਹ ਸਾਨੂੰ ਸਾਡਾ ਮਨ ਖੋਲਦੀ, ਅੰਦਰੋਂ ਬੁੱਧੀ ਨੂੰ ਖੋਲਦੀ ਆ। ਪ੍ਰਭੂ ਦੀ ਬਲ ਔਰ ਸ਼ਕਤੀ ਜਿਹੜੀ ਆ ਉਹ ਸਾਨੂੰ ਤਾਕਤ ਦਿੰਦੀ ਆ ਕਿ ਅਸੀਂ ਅੱਗੇ ਵਧੀਏ। ਪ੍ਰਭੂ ਦੀ ਦਿੱਤੀ ਹੋਈ ਬਲ ਔਰ ਸ਼ਕਤੀ ਦੇ ਵਿੱਚ ਅਸੀਂ ਪ੍ਰਭੂ ਦੇ ਵਿੱਚ ਅੱਗੇ ਵਧ ਸਕਦੇ ਹਾਂ। ਔਰ ਉਹ ਇਹੋ ਹੀ ਕਹਿ ਰਿਹਾ ਕਿ ਤੁਸੀਂ ਬਲ ਔਰ ਸ਼ਕਤੀ ਪ੍ਰਭੂ ਤੋਂ ਪ੍ਰਾਪਤ ਕਰੋ। ਔਰ ਫਿਰ ਦੇਖੋ ਅਗਲੀ ਆਇਤ ਵਿੱਚ ਲਿਖਿਆ, ਪਰਮੇਸ਼ਰ ਦੇ ਸਭ ਹਥਿਆਰਾਂ ਨੂੰ ਆਪਣੇ ਉੱਤੇ ਧਾਰ ਲਵੋ ਕਿਉਂਕਿ ਤੁਸੀਂ ਸ਼ੈਤਾਨ ਦੀਆਂ ਖਤਰਨਾਕ ਚਾਲਾਂ ਦਾ ਮੁਕਾਬਲਾ ਕਰ ਸਕੋ। ਸਾਡਾ ਯੁੱਧ ਮਨੁੱਖੀ ਸ਼ਕਤੀਆਂ ਦੇ ਵਿਰੁੱਧ ਨਹੀਂ ਹੈ, ਸਗੋਂ ਇੱਕ ਇਸ ਹਨੇਰੇ ਸੰਸਾਰ ਦੀਆਂ ਸ਼ਕਤੀਆਂ ਅਤੇ ਆਕਾਸ਼ੀ ਭੈੜੀ ਸ਼ਕਤੀਆਂ ਅਤੇ ਆਤਮਿਕ ਸ਼ਕਤੀਆਂ ਦੇ ਵਿਰੁੱਧ ਹੈ। ਇਸ ਲਈ ਪਰਮੇਸ਼ਰ ਦੇ ਸਾਰੇ ਹਥਿਆਰ ਇਸੇ ਘੜੀ ਧਾਰ ਲਓ ਕਿ ਭੈੜੇ ਦਿਨ ਆਉਣ ਤੇ ਤੁਸੀਂ ਉਹਨਾਂ ਦਾ ਮੁਕਾਬਲਾ ਕਰ ਸਕੋ ਅਤੇ ਇਸ ਤਰ੍ਹਾਂ ਤੁਸੀਂ ਪੂਰਨ ਟਾਕਰਾ ਹੋਣ ਤੇ ਵੀ ਜੇਤੂ ਠਹਿਰੋਗੇ। ਔਰ ਇਹ ਅਫਸੀਆਂ ਦੀ ਕਲੀਸਿਆ ਨੂੰ ਪ੍ਰਭੂ ਕਿਉਂ ਲਿਖਦਾ ਪਿਆ? ਪ੍ਰਭੂ ਇਹ ਕਿਉਂ ਲਿਖਵਾਉਂਦਾ ਪਿਆ ਪਾਲੂਸ ਦੇ ਰਾਹੀਂ? ਕਿਉਂਕਿ ਅਫਸੀਆਂ ਦੇ ਵਿੱਚ ਇਹ ਬਹੁਤ ਵੱਡੀ ਪ੍ਰੋਬਲਮ, ਜਿੱਥੇ ਉਹ ਰਹਿ ਰਹੇ ਆ, ਇਹ ਲੋਕ ਰਹਿ ਰਹੇ ਆ, ਇਹ ਬਹੁਤ ਵੱਡੀ ਪ੍ਰੋਬਲਮ ਆ। ਅਗਰ ਮੇਰੇ ਨਾਲ ਤੁਸੀਂ ਚੇਲਿਆਂ ਦੇ ਕਰਤੱਵ ਦਾ 11 ਤੋਂ 20 ਆਇਤ ਅਸੀਂ ਦੇਖਾਂਗੇ, 244 ਪੰਨਾ, 244 ਪੰਨਾ। ਇਹ ਉਹ ਇਲਾਕਾ ਆ ਜਿੱਥੇ ਨੂੰ ਇਹ ਖਤ ਜਾ ਰਿਹਾ, ਜਿੱਥੇ ਨੂੰ ਇਹ ਲਿਖਤ ਜਾ ਰਹੀ ਆ। ਉਸਦਾ 19ਵਾਂ ਭਾਵ ਔਰ ਉਸਦੀ 11 ਤੋਂ ਲੈ ਕੇ 20 ਆਇਤ ਤੱਕ ਅਸੀਂ ਦੇਖਦੇ ਹਾਂ। ਜਿਸ ਨੂੰ ਮਿਲ ਜਾਏ ਪੜ੍ਹਦੇ। ਪੰਨਾ ਹੈ 244। ਮੈਂ ਪੜ੍ਹਦੀ ਹਾਂ ਪਾਸਟਰ ਜੀ। ਹਾਂਜੀ ਗੋ। ਸਕੇਵਾ ਦੇ ਪੁੱਤਰ, ਪਰਮੇਸ਼ਵਰ ਨੇ ਪਾਲੂਸ ਦੇ ਰਾਹੀਂ ਬਹੁਤ ਵਿਚਿੱਤਰ ਕੰਮ ਕੀਤੇ, ਇੱਥੋਂ ਤੱਕ ਕਿ ਉਸਦੇ ਸਰੀਰ ਨਾਲ ਛੁਆਏ ਹੋਏ ਰੁਮਾਲ ਦੇ ਤੇ ਪਰਨੇ ਬਿਮਾਰਾਂ ਉੱਤੇ ਪਾ ਦਿੱਤੇ ਜਾਂਦੇ ਅਤੇ ਉਹਨਾਂ ਦੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਅਤੇ ਅਸ਼ੁੱਧ ਆਤਮਾਵਾਂ ਨਿਕਲ ਜਾਂਦੀਆਂ ਸਨ। ਕੁਝ ਯਹੂਦੀ ਜਿਹੜੇ ਇੱਧਰ ਉੱਧਰ ਫਿਰ ਕੇ ਭੂਤਾਂ ਨੂੰ ਕੱਢਣ ਦਾ ਕੰਮ ਕਰਦੇ ਸਨ, ਉਹਨਾਂ ਕੋਸ਼ਿਸ਼ ਕੀਤੀ ਕਿ ਅਸ਼ੁੱਧ ਆਤਮਾਵਾਂ ਦੇ ਚੰਬੜੇ ਲੋਕਾਂ ਤੇ ਪ੍ਰਭੂ ਯਿਸੂ ਦਾ ਨਾਂ ਵਰਤਣ। ਉਹ ਕਹਿੰਦੇ ਸਨ, ਮੈਂ ਯਿਸੂ ਦੇ ਨਾਂ ਤੇ ਤੈਨੂੰ ਆਗਿਆ ਦਿੰਦਾ ਹਾਂ ਜਿਸ ਦਾ ਪ੍ਰਚਾਰ ਪੌਲੁਸ ਕਰਦਾ ਹੈ। ਸਕੇਵਾ ਨਾਂ ਦੇ ਯਹੂਦੀ ਮਹਾਪੁਰੋਹਿਤ ਦੇ 7 ਪੁੱਤਰ ਇਸ ਤਰ੍ਹਾਂ ਕਰਦੇ ਸਨ, ਪਰ ਅਸ਼ੁੱਧ ਆਤਮਾ ਨੇ ਉਹਨਾਂ ਨੂੰ ਉੱਤਰ ਦਿੱਤਾ, ਯਿਸੂ ਨੂੰ ਮੈਂ ਜਾਣਦੀ ਹਾਂ, ਪੌਲੁਸ ਨੂੰ ਵੀ ਪਛਾਣਦੀ ਹਾਂ, ਪਰ ਤੁਸੀਂ ਕੌਣ ਹੋ? ਫਿਰ ਜਿਸ ਆਦਮੀ ਵਿੱਚ ਅਸ਼ੁੱਧ ਆਤਮਾ ਸੀ ਉਸਨੇ ਬਹੁਤ ਬੁਰੀ ਤਰ੍ਹਾਂ ਉਹਨਾਂ ਤੇ ਹੱਲਾ ਕਰ ਦਿੱਤਾ ਅਤੇ ਉਹਨਾਂ ਨੂੰ ਬੇਹਾਲ ਕਰ ਦਿੱਤਾ। ਉਹ ਨੰਗੇ ਅਤੇ ਜ਼ਖਮੀ ਹਾਲਤ ਉਸ ਘਰ ਵਿੱਚੋਂ ਬਾਹਰ ਦੌੜ ਗਏ। ਇਸ ਗੱਲ ਦਾ ਪਤਾ ਅਫਸਸ ਵਿੱਚ ਰਹਿਣ ਵਾਲੇ ਸਭ ਯਹੂਦੀਆਂ ਅਤੇ ਯੂਨਾਨੀਆਂ ਨੂੰ ਲੱਗ ਗਿਆ। ਉਹਨਾਂ ਸਾਰਿਆਂ ਤੇ ਭੈ ਛਾ ਗਿਆ ਅਤੇ ਪ੍ਰਭੂ ਯਿਸੂ ਦੇ ਨਾਂ ਦੀ ਬੜੀ ਮਹਿਮਾ ਹੋਈ। ਜਿਨ੍ਹਾਂ ਨੇ ਵਿਸ਼ਵਾਸ ਕੀਤਾ ਉਹਨਾਂ ਵਿੱਚੋਂ ਬਹੁਤਿਆਂ ਨੇ ਖੁੱਲ੍ਹੇਆਮ ਸਵੀਕਾਰ ਕਰਕੇ ਆਪਣੇ ਜਾਦੂ ਟੂਣੇ ਦੇ ਸਾਧਨਾਂ ਨੂੰ ਪ੍ਰਗਟ ਕੀਤਾ। ਬਹੁਤ ਸਾਰੇ ਜਾਦੂ ਟੂਣੇ ਕਰਨ ਵਾਲਿਆਂ ਨੇ ਆਪਣੀਆਂ ਕਿਤਾਬਾਂ ਇਕੱਠੀਆਂ ਕਰਕੇ ਸਭ ਲੋਕਾਂ ਦੇ ਸਾਹਮਣੇ ਉਹਨਾਂ ਨੂੰ ਅੱਗ ਲਾ ਦਿੱਤੀ।
ਜਦੋਂ ਉਹਨਾਂ ਦਾ ਮੁੱਲ ਜੋੜਿਆ ਗਿਆ ਤਾਂ ਲਗਭਗ 50,000 ਰੁਪਏ ਹੋਇਆ। ਇਸ ਤਰ੍ਹਾਂ ਪ੍ਰਭੂ ਦਾ ਵਚਨ ਬਹੁਤ ਜ਼ੋਰ ਨਾਲ ਫੈਲਦਾ ਅਤੇ ਪੱਕਾ ਹੁੰਦਾ ਗਿਆ। ਸੋ ਇੱਥੇ ਅਸੀਂ ਪ੍ਰਭੂ ਦੇ ਕੀ ਦੇਖਦੇ ਪਏ ਵੀ ਜਿੱਥੇ 50,000 ਰੁਪਏ ਦੀਆਂ ਕਿਤਾਬਾਂ ਫੂਕੀਆਂ ਗਈਆਂ, ਯਾਨੀ ਕਿ ਇਹ ਜਦੋਂ ਇਹ ਬਾਈਬਲ ਛਪੀ ਸੀਗੀ ਉਸ ਸਮੇਂ 50,000 ਰੁਪਏ ਦੀ ਕੀਮਤ ਬਹੁਤ ਸੀ। ਪਰ ਅੱਜ ਉਹ ਜਿਹੜਾ ਸਮਾਂ ਸੀ ਤੇ ਉਦੋਂ ਡਾਲਰ ਦੇ ਵੀ ਸਿਰਫ 5 ਰੁਪਏ ਮਿਲਦੇ ਹੁੰਦੇ ਸੀ। ਅੱਜ ਡਾਲਰ ਦੇ ਵੀ 50 ਰੁਪਏ ਮਿਲਦੇ ਆ। ਅਗਰ ਹਿਸਾਬ ਲਾ ਕੇ ਦੇਖੋ ਤੇ ਏਦਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਉੱਥੇ ਉਹਨਾਂ ਨੇ 5.5 ਲੱਖ ਰੁਪਇਆ ਜਿਹੜਾ ਅੱਜ ਦਾ ਆ ਜਾਦੂ ਟੂਣੇ ਦੀਆਂ ਚੀਜ਼ਾਂ ਤੇ ਦੂਜੀਆਂ ਚੀਜ਼ਾਂ ਫੂਕੀਆਂ, ਕਿੰਨਾ ਉਹ ਸ਼ਹਿਰ ਜਾਦੂ ਟੂਣੇ ਦੇ ਨਾਲ ਭਰਿਆ ਹੋਏਗਾ। ਅਜੀਬ ਚੀਜ਼ ਹੈ ਨਾ, ਕਿੰਨੀਆਂ ਉੱਥੇ ਬੁਰੀਆਂ ਆਤਮਾਵਾਂ ਦਾ ਪ੍ਰਭਾਵ ਹੋਏਗਾ। ਅਗਰ ਅਸੀਂ ਇੱਥੇ ਦੇਖੀਏ ਤਾਂ ਉੱਥੇ ਯਹੂਦੀਆਂ ਦੀ ਕਲਟ ਆ ਜਿਹੜੀ, ਜਿਨ੍ਹਾਂ ਨੂੰ ਉਹ ਕਬਾਲਾ ਯਹੂਦੀ ਜਿਹੜੇ ਆ ਉੱਥੇ ਉਹ ਭੂਤਾਂ ਨੂੰ ਕੱਢਣ ਦਾ ਕੰਮ ਕਰਦੇ ਆ। ਦੂਸਰਾ ਉਹਨਾਂ ਦਾ ਇੱਕ ਸੈਕਟ ਹੈਗਾ ਸਵੋਰਡ ਆਫ ਮੋਜ਼ਸ, ਉਹ ਵੀ ਇਹੋ ਹੀ ਕੰਮ ਕਰਦੇ ਆ। ਲੇਕਿਨ ਉਹ ਸਾਰੇ ਉਹਨਾਂ ਹਿੱਸਿਆਂ ਨੂੰ ਯੂਜ਼ ਕਰਦੇ ਜਿਹੜੇ ਬਾਈਬਲ ਦੇ ਵਿੱਚ ਸਵੀਕਾਰ ਨਹੀਂ ਕੀਤੇ ਗਏ। ਉਹਨਾਂ ਦੀਆਂ ਆਪਣੀਆਂ ਹੀ ਪੋਥੀਆਂ ਆ, ਆਪਣਾ ਹੀ ਸਾਰਾ ਕੁਛ। ਔਰ ਅਗਰ ਦੇਖਿਆ ਜਾਵੇ ਤਾਂ ਉਹ ਲੋਕ ਉਹ ਆ ਜਿਨ੍ਹਾਂ ਨੂੰ ਯਹੂਦੀ ਵੀ ਜਿੱਦਾਂ ਘਿਰਣਾ ਕਰਦੇ ਆ, ਪਸੰਦ ਨਹੀਂ ਕਰਦੇ ਉਹਨਾਂ ਨੂੰ। ਕੋਈ ਕਾਲਾ ਇਲਮ ਇੱਕ ਨਾਲ ਚੱਲਿਆ ਆ। ਜਿਸ ਵੇਲੇ ਅਸੀਂ 21ਵਾਂ ਅਗਰ ਗਿਣਤੀ ਦੇ ਵਿੱਚ ਆਉਂਦੇ ਆ, ਉਹਦੇ 21ਵੇਂ ਭਾਵ ਦੇ ਵਿੱਚ ਅਸੀਂ ਇਹ ਦੇਖਦੇ ਹਾਂ ਕਿ ਇੱਕ ਵਾਰੀ ਬਹੁਤ ਵੱਡੀ ਜਿੱਦਾਂ ਕਿ ਵਿਪਤਾ ਆ ਗਈ, ਕਿਉਂਕਿ ਜਿਹੜੇ ਪ੍ਰਭੂ ਦੇ ਲੋਕ ਸੀਗੇ ਹਾਲੇ ਆ ਰਹੇ ਸੀਗੇ ਉੱਥੋਂ ਬਿਰਾਨੇ ਦੇ ਵਿੱਚ ਸੀਗੇ, ਹਾਲੇ ਐਕਸੋਡਸ ਦੇ ਵਿੱਚੋਂ ਉੱਥੋਂ ਨਿਕਲ ਕੇ ਆਏ ਸੀਗੇ। ਜਿਸ ਲਈ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਦੇਖਦੇ ਹਾਂ ਸਮੁੰਦਰ ਪਾੜਿਆ, ਪ੍ਰਭੂ ਨੇ ਉੱਥੋਂ ਕੱਢ ਕੇ ਲੈ ਕੇ ਆਇਆ, ਮਿਸਰ ਦੀ ਗੁਲਾਮੀ ਤੋਂ ਛੁਟਕਾਰਾ ਦਿੱਤਾ। ਲੇਕਿਨ ਜਿਹੜੇ ਉਹਨਾਂ ਦੇ ਦਿਲ ਉੱਥੇ ਪਿੱਛੇ ਹੀ ਲੱਗੇ ਹੋਏ ਸੀ ਤੇ ਮੂਸਾ ਨੂੰ ਕਹਿੰਦੇ ਕੀ ਹੈ, ਸਾਨੂੰ ਹਰ ਰੋਜ਼ ਤੂੰ ਮੰਨਾ ਖਾਣ ਨੂੰ ਦੇ ਦਿੰਦਾ ਹੈ। ਅਸੀਂ ਉੱਥੇ ਗੰਢੀਆਂ ਖਾਂਦੇ ਹੁੰਦੇ ਸੀ, ਲਸਣ ਖਾਂਦੇ ਹੁੰਦੇ ਸੀ ਤੇ ਰੋਣ ਲੱਗੇ। ਤਾਂ ਪ੍ਰਭੂ ਨੇ ਉੱਥੇ ਜ਼ਹਿਰੀਲੇ ਸੱਪ ਘੱਲੇ ਉਹਨਾਂ ਦੇ ਵਿੱਚ, ਔਰ ਉਹਨਾਂ ਨੇ ਉਹ ਲੜਦੇ ਸੀ ਤੇ ਉਹ ਮਰ ਜਾਂਦੇ ਸੀਗੇ। ਫਿਰ ਮੂਸਾ ਨੇ ਪ੍ਰਭੂ ਦੇ ਅੱਗੇ ਗੁਹਾਰ ਦਿੱਤੀ ਕਿ ਪ੍ਰਭੂ ਤੂੰ ਕੁਛ ਕਰ। ਤਾਂ ਉਸਨੇ ਕਿਹਾ ਕਿ ਤੁਸੀਂ ਇੱਕ ਸੋਨੇ ਦਾ, ਇੱਕ ਦੂਜਾ ਬ੍ਰੌਂਜ਼ ਦਾ ਇੱਕ ਸੱਪ ਬਣਾ ਤੇ ਉਹਨੂੰ ਤੂੰ ਸਲੀਬ ਦੇ ਉੱਤੇ ਟੰਗ ਦੇ। ਜਿਹੜਾ ਉਹਦੇ ਵੱਲ ਦੇਖੇਗਾ, ਅਗਰ ਉਹਨੂੰ ਸੱਪ ਲੜਿਆ ਹੋਏਗਾ ਔਰ ਉਹਦੇ ਵੱਲ ਵਿਸ਼ਵਾਸ ਦੇ ਨਾਲ ਦੇਖ ਲਏਗਾ, ਉਹਨੂੰ ਜ਼ਹਿਰ ਨਹੀਂ ਚੜੂਗੀ। ਔਰ ਇਸ ਤਰ੍ਹਾਂ ਉਹਨਾਂ ਦਾ ਬਚਾਅ ਹੋਇਆ। ਲੇਕਿਨ ਮੂਸਾ ਨੇ ਉਹ ਸੱਪ ਨੂੰ ਕੁਛ ਨਹੀਂ ਕੀਤਾ ਉਸ ਤੋਂ ਬਾਅਦ, ਜਿਹੜਾ ਉਸਨੇ ਬਣਾ ਕੇ ਟੰਗਿਆ ਸੀ। ਲੇਕਿਨ ਜਿਨ੍ਹਾਂ ਦੇ ਦਿਲ ਦੇ ਵਿੱਚ ਉਹ ਜਾਦੂਗਰੀ ਫਸੀ ਹੋਈ ਸੀ, ਉਹਨਾਂ ਨੇ ਉਹ ਸੱਪ ਲਾ ਕੇ ਲੁਕੋ ਲਿਆ। ਔਰ ਬਾਅਦ ਦੇ ਵਿੱਚ ਉਹਨਾਂ ਨੇ ਉਸ ਸੱਪ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। 500 ਸਾਲ ਤੱਕ ਉਸ ਸੱਪ ਦੀ ਜਿਹੜੀ ਪੂਜਾ ਆ ਉਹ ਹਨੇਰੇ ਦੇ ਵਿੱਚ ਹੁੰਦੀ ਰਹੀ। ਅੰਤ ਦੇ ਵਿੱਚ ਇੱਕ ਰਾਜਾ ਆਇਆ ਜਿਸ ਦਾ ਨਾਂ ਸੀ ਹੈਜ਼ਕਾਇਆ। 580 ਪੰਨਾ ਮੇਰੇ ਨਾਲ ਕੱਢੋ। ਦੂਸਰਾ ਰਾਜਾ 18ਵਾਂ ਭਾਵ 1 ਤੋਂ 8 ਆਇਤ। 1 ਤੋਂ 8 ਆਇਤ। ਪੰਜ 580 ਪੰਨਾ ਜਿਸ ਨੂੰ ਮਿਲ ਜਾਏ ਉਹ ਪੜ੍ਹਦਾ ਹੈ। अठारहवां भाव 1 ਤੋਂ 8 आयत। ਅੱਗੇ ਪਾਸੇ ਮੈਂ ਪੜ੍ਹਦੀ ਹਾਂ। ਹਾਂਜੀ ਗੋ ਅਹੈਡ ਮੇਰੀ ਪਰੇ। ਯਹੂਦਾ ਦਾ ਰਾਜਾ ਹਿਜ਼ਕੀਆ ਇਸਰਾਇਲ ਦੇ ਰਾਜੇ ਹੋਸ਼ਿਆ ਦੇ ਰਾਜ ਕਾਲ ਦੇ 3 ਸਾਲ ਵਿੱਚ ਆਹਾਜ਼ ਦਾ ਪੁੱਤਰ ਹਿਜ਼ਕੀਆ ਯਹੂਦਾ ਦਾ ਰਾਜਾ ਬਣਿਆ। ਹਿਜ਼ਕੀਆ ਰਾਜ ਗੱਦੀ ਉੱਤੇ ਬੈਠਣ ਸਮੇਂ 25 ਸਾਲ ਦਾ ਸੀ ਅਤੇ ਉਸਨੇ
ਯਰੂਸ਼ਲਮ ਵਿੱਚ 29 ਸਾਲ ਰਾਜ ਕੀਤਾ। ਉਸ ਦੀ ਮਾਤਾ ਦਾ ਨਾਂ ਅਬੀ ਸੀ, ਜੋ ਜ਼ਕਰੀਆ ਦੀ ਪੁੱਤਰੀ ਸੀ। ਰਾਜਾ ਹਿਜ਼ਕੀਆ ਨੇ ਆਪਣੇ ਪੁਰਖਾ ਦਾਊਦ ਦੇ ਵਾਂਗ ਸਭ ਕੰਮ ਪ੍ਰਭੂ ਦੀ ਇੱਛਾ ਅਨੁਸਾਰ ਕੀਤੇ। ਉਸਨੇ ਪਰਾਏ ਦੇਵਤਿਆਂ ਦੀ ਪੂਜਾ ਸਥਾਨਾਂ ਨੂੰ ਖਤਮ ਕਰ ਦਿੱਤਾ ਅਤੇ ਉੱਚੀਆਂ ਥਾਵਾਂ ਉੱਤੇ ਬਣੀਆਂ ਬੇਦੀਆਂ ਅਤੇ ਆਸ਼ੇਰਾ ਦੇਵੀ ਦੀ ਮੂਰਤੀ ਨੂੰ ਵੀ ਤੋੜ ਫੋੜ ਦਿੱਤਾ। ਉਸਨੇ ਮੂਸਾ ਦੁਆਰਾ ਬਣਾਏ ਹੋਏ ਕਹੇ ਦੇ ਸੱਪ ਨੂੰ, ਜਿਸ ਅੱਗੇ ਅਜੇ ਤੱਕ ਲੋਕ ਧੂਪ ਧੁਖਾਉਂਦੇ ਸਨ, ਵੀ ਟੋਟੇ ਟੋਟੇ ਕਰ ਦਿੱਤਾ। ਉਸ ਸੱਪ ਦਾ ਨਾਂ ਨਹੁਸ਼ਤਾਨ ਸੀ। ਰਾਜਾ ਹਿਜ਼ਕੀਆ ਪ੍ਰਭੂ ਇਸਰਾਇਲ ਦੇ ਪਰਮੇਸ਼ਰ ਉੱਤੇ ਵਿਸ਼ਵਾਸ ਕਰਦਾ ਸੀ, ਇੱਥੋਂ ਤੱਕ ਕਿ ਉਸਦੇ ਪਹਿਲਾਂ ਜਾਂ ਪਿੱਛੋਂ ਯਹੂਦਾ ਦਾ ਉਸ ਵਰਗਾ ਰਾਜਾ ਨਹੀਂ ਹੋਇਆ ਸੀ। ਉਹ ਪੂਰਨ ਤੌਰ ਤੇ ਪ੍ਰਭੂ ਦੀ ਇੱਛਾ ਅਨੁਸਾਰ ਚੱਲਦਾ ਸੀ ਅਤੇ ਉਸਨੇ ਕਦੀ ਵੀ ਪ੍ਰਭੂ ਦੀ ਕਿਸੇ ਆਗਿਆ ਨੂੰ ਤੋੜਿਆ ਨਹੀਂ ਸੀ। ਉਹ ਮੂਸਾ ਦੁਆਰਾ ਪ੍ਰਭੂ ਦੀਆਂ ਮਿਲੀਆਂ ਆਗਿਆਵਾਂ ਦੀ ਪੂਰੀ ਤਰ੍ਹਾਂ ਨਾਲ ਪਾਲਣਾ ਕਰਦਾ ਸੀ। ਪ੍ਰਭੂ ਵੀ ਉਸ ਦੇ ਸੰਗ ਹਮੇਸ਼ਾ ਰਿਹਾ ਅਤੇ ਉਹ ਹਿਜ਼ਕੀਆ ਦੇ ਹਰ ਕੰਮ ਨੂੰ ਸਫਲ ਕਰਦਾ ਸੀ। ਉਸਨੇ ਅਸ਼ੂਰ ਦੇ ਰਾਜਾ ਦੀ ਅਧੀਨਤਾ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਉਸ ਤੋਂ ਆਜ਼ਾਦ ਹੋ ਗਿਆ। ਉਸਨੇ ਫਿਲਿਸਤੀਆਂ ਨੂੰ ਵੀ ਜਿੱਤਿਆ ਅਤੇ ਗਾਜ਼ਾ ਦੇ ਸਭ ਛੋਟੇ ਵੱਡੇ ਨਗਰਾਂ ਆਦਿ ਸਭ ਇਲਾਕਿਆਂ ਉੱਤੇ ਚੜ੍ਹਾਈ ਕੀਤੀ। ਪਾਸਟਰ ਜੀ ਹੋਰ ਪੜ੍ਹਨਾ ਹੈ? ਚੜ੍ਹਾਈ ਕੀਤੀ। ਬਸ ਇੰਨੇ ਤੱਕ ਠੀਕ ਸੀ। ਤੁਸੀਂ ਇਹ ਦੇਖੋ ਕਿ ਆਲਮੋਸਟ ਉਸ ਉਜਾੜ ਦੇ ਵਿੱਚੋਂ ਨਿਕਲ ਕੇ ਆਇਆਂ ਨੂੰ ਘੱਟ ਤੋਂ ਘੱਟ ਜੇ ਅਸੀਂ ਕਹੀਏ 500 ਤੋਂ 750 ਸਾਲ ਦਾ ਸਮਾਂ, ਮੈਂ ਜਿੱਦਾਂ ਦੇਖਿਆ ਨਹੀਂ, ਕੱਲ ਨੂੰ ਮੈਂ ਤੁਹਾਨੂੰ ਇਹ ਦੇਖ ਕੇ ਜ਼ਰੂਰ ਦੱਸ ਦੂੰਗਾ। ਘੱਟੋ ਘੱਟ 500 ਤੇ ਜ਼ਿਆਦਾ ਤੋਂ ਜ਼ਿਆਦਾ 750 ਸਾਲ ਦਾ ਸਮਾਂ, ਇੰਨੇ ਸਾਲਾਂ ਤੱਕ ਉਹ ਲੋਕ ਅੰਦਰ ਵੜ ਕੇ ਗੁਫਾ ਦੇ ਵਿੱਚ ਸੱਪ ਰੱਖਿਆ ਸੀ, ਉੱਥੇ ਉਹਨੂੰ ਧੂਫ ਚੜਾਉਂਦੇ ਰਹੇ। ਔਰ ਉਹ ਹਾਲੇ ਵੀ ਬਲੀਵ ਕਰਦੇ ਸੀ ਕਿ ਰਾਜਾ ਨੇ ਉਹ ਸੱਪ ਨੂੰ ਤੜਵਾ ਦਿੱਤਾ, ਲੇਕਿਨ ਜਿਹੜੇ ਉਹਦੇ ਪ੍ਰੇਮੀ ਸੀਗੇ ਉਹਨਾਂ ਨੇ ਉਸ ਨੂੰ ਲੱਭ ਕੇ, ਉਹਦੇ ਟੁਕੜੇ ਲੱਭ ਕੇ ਤੇ ਮੁੜ ਕੇ ਜੋੜ ਲਿਆ ਤੇ ਉਹਦੇ ਨਾਂ ਦੇ ਉੱਤੇ ਵੀ ਯਹੂਦੀ ਜਿਹੜੇ ਸੀਗੇ ਉਹ ਕਾਲਾ ਇਲਮ ਦਾ ਕੰਮ ਕਰਦੇ ਸੀ, ਆਤਮਾਵਾਂ ਨੂੰ ਕੱਢਦੇ ਸੀ, ਹੀਲਿੰਗ ਦੀ ਦੁਆ ਉਹਦੇ ਮੋਹਰੇ ਹੁੰਦੀ ਸੀ। ਸੋ ਉਹ ਗਰੁੱਪ ਵੀ ਇੱਥੇ ਬੈਠੇ ਹੋ, ਕਿਉਂਕਿ ਜਿਹੜੀਆਂ ਕਿਤਾਬਾਂ ਸਾੜੀਆਂ ਉਹ ਕੱਲੀਆਂ ਯਹੂਦੀਆਂ ਨੇ ਨਹੀਂ ਸਾੜੀ, ਕੱਲੀਆਂ ਯੂਨਾਨੀ ਲੋਕਾਂ ਨੇ ਨਹੀਂ ਸਾੜੀਆਂ। ਅਗਰ ਇਸ ਦੀ 17ਵੀਂ ਆਇਤ ਨੂੰ ਅਸੀਂ ਧਿਆਨ ਦੇ ਨਾਲ ਦੇਖੀਏ, ਜਿਹੜਾ ਅਸੀਂ ਪੜ੍ਹਦੇ ਪਏ ਸੀਗੇ ਕਿ ਕਚੇਲਿਆਂ ਦੀ ਕਿਤਾਬ ਦੇ ਵਿੱਚ 17ਵੀਂ ਆਇਤ 19ਵਾਂ ਭਾਵ ਉਸ ਦੀ 17ਵੀਂ ਆਇਤ ਨੂੰ ਦੇਖੀਏ, ਕਹਿੰਦਾ ਇਸ ਗੱਲ ਦਾ ਪਤਾ ਅਫਸੋਸ ਵਿੱਚ ਰਹਿਣ ਵਾਲੇ ਸਭ ਯਹੂਦੀਆਂ ਤੇ ਯੂਨਾਨੀਆਂ ਨੂੰ ਲੱਗ ਗਿਆ। ਉਹਨਾਂ ਸਾਰਿਆਂ ਤੇ ਭੈ ਛਾ ਗਿਆ ਅਤੇ ਪ੍ਰਭੂ ਯਿਸੂ ਦਾ ਨਾਮ ਬੜੀ ਮਹਿਮਾ ਹੋਈ। ਜਿਨ੍ਹਾਂ ਨੇ ਵਿਸ਼ਵਾਸ ਕੀਤਾ ਉਹਨਾਂ ਵਿੱਚੋਂ ਬਹੁਤਿਆਂ ਨੇ ਖੁੱਲ੍ਹੇਆਮ ਸਵੀਕਾਰ ਕਰਕੇ ਆਪਣੇ ਜਾਦੂ ਟੂਣੇ ਦੇ ਸਾਧਨਾਂ ਨੂੰ ਪ੍ਰਗਟ ਕੀਤਾ ਔਰ ਉਹਨਾਂ ਨੂੰ ਅੱਗ ਲਾਈ। ਔਰ ਅੱਗੇ ਅਸੀਂ ਦੇਖਦੇ ਪਏ ਹਾਂ ਕਿ ਉੱਥੇ ਇੱਕ ਹੋਰ ਜਿਹੜੀ ਕਲਟ ਆ, ਬਹੁਤ ਵੱਡੀ, ਜਿਹੜਾ ਇੱਕ ਹੋਰ ਜਿਹੜਾ ਸੈਕਟ ਆ, ਉਹ ਵੀ ਉੱਥੇ ਬੈਠਾ ਹੈ ਔਰ ਉਹ ਹੈਗੇ ਆ ਅਰਮਤਸ ਦੀ ਦੇਵੀ ਦੇ ਪੁਜਾਰੀ। ਮੂਰਤੀਆਂ ਵੇਚੀਆਂ ਜਾਂਦੀਆਂ ਉੱਥੇ। ਅਰਤਮਸ ਦੇਵੀ ਜਿਹੜੀ ਸੀਗੀ ਉਸਨੂੰ ਇਹ ਮੰਨਿਆ ਜਾਂਦਾ ਸੀ ਕਿ ਇਹਦੇ ਮੂਹਰੇ ਦੁਆ ਕਰਨ ਵਾਲਿਆਂ ਨੂੰ ਬੱਚੇ ਮਿਲਦੇ ਆ। ਸੋ ਉੱਥੇ ਲੋਕ ਆਉਂਦੇ ਸੀ, ਨਵੇਂ ਜੋੜੇ, ਵਿਆਹੇ ਨਜੋੜੇ ਉੱਥੇ ਆਉਂਦੇ ਸੀ, ਉਹਨਾਂ ਦੀਆਂ ਮੂਰਤੀਆਂ ਵਿਕਦੀਆਂ ਸੀ। ਸੋ ਉਸ ਮੂਰਤੀ ਦਾ ਵੀ ਉਹ ਉੱਥੇ ਵੀ ਤੁਸੀਂ ਇਹ ਕਹਿ ਲਓ ਕਿ ਜਿੱਥੇ ਕਿਤੇ ਵੀ ਕੋਈ ਬੈਠਾ ਆ, ਉੱਥੇ ਜਿਹੜਾ ਸ਼ੈਤਾਨ ਦਾ ਆਤਮਾ, ਸ਼ੈਤਾਨ ਦੇ ਨਾਲ ਜਿਹੜੇ ਡਿੱਗੇ ਆ, ਉਹ ਕੋਈ ਨਾ ਕੋਈ ਉਹਦੇ ਰਾਹੀਂ ਉੱਥੇ ਆਪਣਾ ਸਾਧਨ ਬਣਾ ਲੈਂਦਾ ਔਰ ਲੋਕਾਂ ਨੂੰ ਆਪਣੇ ਮੂਹਰੇ ਝੁਕਾਉਂਦਾ, ਸੋ ਇਹ ਜਿਹੜਾ ਏਰੀਆ ਆ ਇਹ ਗੰਦੀਆਂ ਆਤਮਾਵਾਂ ਦੇ ਨਾਲ ਭਰਿਆ ਪਿਆ। ਲੇਕਿਨ ਹੁਣ ਪ੍ਰਭੂ ਦਾ ਕੰਮ ਹੋ ਰਿਹਾ ਉੱਥੇ, ਔਰ ਸ਼ੈਤਾਨ ਨੂੰ ਹੱਥਾਂ ਪੈਰਾਂ ਦੀਆਂ ਪਈਆਂ ਹੈ। ਕਿਉਂ? ਕਿਉਂਕਿ ਉਸਦੀ ਮਲਕੀਅਤ ਉਹਨਾਂ ਦੇ ਹੱਥਾਂ ਦੇ ਵਿੱਚੋਂ ਦੀ ਖੁੱਸਦੀ ਪਈ ਹੈ, ਲੋਕ ਉਹਦੇ ਹੱਥਾਂ ਦੇ ਵਿੱਚੋਂ ਖੁੱਸਦੇ ਪਏ। ਔਰ ਇਹ ਖਤ ਇਸ ਤਰ੍ਹਾਂ ਦਾ ਆ ਕਿ ਜਿਸ ਤਰ੍ਹਾਂ ਅੱਜ ਅਸੀਂ ਜਿਹੜੇ ਪੜ੍ਹਦੇ ਪਏ ਆ, ਜਿੱਦਾਂ ਪ੍ਰਭੂ ਨੇ ਅੱਜ ਸਾਡੇ ਲਈ ਇਹ ਲਿਖਵਾਇਆ। ਕਿਉਂ? ਕਿਉਂਕਿ ਅਸੀਂ ਵੀ ਇੱਥੋਂ ਹੀ ਆਏ, ਸਾਡੀ ਵੀ ਬੈਕਗ੍ਰਾਉਂਡ ਇਹ ਹੋਈ ਆ, ਸਾਡੇ ਵੀ ਏਦਾਂ ਦੇ ਸਾਰੇ ਜਾਦੂ ਟੂਣੇ ਕਰਨ ਵਾਲੇ ਬੈਠੇ ਹੋ। ਔਰ ਹਰ ਸਮੇਂ ਦੇ ਵਿੱਚ ਇਹ ਚੀਜ਼ਾਂ ਵੱਧਦੀਆਂ ਪਈਆਂ।
ਸੋ ਜਿਸ ਵੇਲੇ ਉਹ ਹੁਣ ਅਗਰ ਅਸੀਂ ਵਾਪਸ ਆ ਜਾਂਦੇ ਆ ਕਿ ਜਿਸ ਵੇਲੇ ਪ੍ਰਭੂ ਦਾ ਬੰਦਾ ਇਹ ਕਹਿ ਰਿਹਾ ਕਿ ਅੰਤ ਦੇ ਵਿੱਚ ਮੇਰਾ ਇਹ ਕਹਿਣਾ ਹੈ ਕਿ ਪ੍ਰਭੂ ਤੋਂ ਬਲ ਪ੍ਰਾਪਤ ਕਰੋ ਅਤੇ ਉਸ ਦੀ ਸ਼ਕਤੀ ਨੂੰ ਸਵੀਕਾਰ ਕਰੋ, ਪ੍ਰਭੂ ਤੋਂ ਬਲ ਪ੍ਰਾਪਤ ਕਰੋ ਔਰ ਉਸ ਦੀ ਸ਼ਕਤੀ ਨੂੰ ਸਵੀਕਾਰ ਕਰੋ ਅਤੇ ਪਰਮੇਸ਼ਰ ਦੇ ਸਭ ਹਥਿਆਰਾਂ ਨੂੰ ਆਪਣੇ ਉੱਤੇ ਧਾਰ ਲਵੋ ਕਿ ਸ਼ੈਤਾਨ ਦੀਆਂ ਖਤਰਨਾਕ ਚਾਲਾਂ ਦਾ ਮੁਕਾਬਲਾ ਕਰ ਸਕੋ। ਸੋ ਕੋਈ ਜ਼ਰੂਰੀ ਨਹੀਂ ਹੈਗਾ ਕਿ ਉਹਦੀ ਜਿਹੜੀਆਂ ਚਾਲਾਂ ਆਉਣੀਆਂ ਉਹਦੇ ਆਲੇ ਦੁਆਲੇ ਸਿੰਘ ਲੱਗੇ ਹੋਣੇ ਆ, ਨਹੀਂ, ਉਹ ਬੜੇ ਮੁਲਾਇਮ ਕੱਪੜਿਆਂ ਦੇ ਵਿੱਚ ਆਉਂਦਾ। ਉਹਦੇ ਲਈ ਉਹ ਕਹਿੰਦਾ ਸਾਡਾ ਯੁੱਧ ਮਨੁੱਖੀ ਸ਼ਕਤੀਆਂ ਦੇ ਵਿਰੁੱਧ ਨਹੀਂ ਹੈ, ਸਗੋਂ ਇਸ ਹਨੇਰੇ ਦੀਆਂ ਸ਼ਕਤੀਆਂ ਅਤੇ ਆਕਾਸ਼ੀ ਭੈੜੀਆਂ ਆਤਮਿਕ ਸ਼ਕਤੀਆਂ ਦੇ ਵਿਰੁੱਧ ਹੈ। ਆਕਾਸ਼ੀ ਭੈੜੀ ਆਤਮਿਕ ਸ਼ਕਤੀਆਂ ਦੇ ਵਿਰੁੱਧ। ਇਸ ਲਈ ਪਰਮੇਸ਼ਰ ਦੇ ਹਥਿਆਰ ਇਸੇ ਘੜੀ ਲਾਓ ਕਿ ਭੈੜੇ ਦਿਨ ਆਉਣ ਤੇ ਤੁਸੀਂ ਉਹਨਾਂ ਦਾ ਮੁਕਾਬਲਾ ਕਰ ਸਕੋ ਔਰ ਫਿਰ ਵੀ ਤੁਸੀਂ ਪੂਰਨ ਟਾਕਰਾ ਹੋਣ ਤੇ ਜੇਤੂ ਠਹਿਰੋਗੇ। ਸੋ ਅਸੀਂ ਜਿਹਨਾਂ ਜਿਹੜੇ ਪ੍ਰਭੂ ਦੇ ਕੋਲ ਆ ਗਏ ਆ, ਉਹਦੇ ਹੱਥ ਦੇ ਵਿੱਚੋਂ ਨਿਕਲ ਗਏ ਆ, ਉਸ ਦਾ ਕੀ ਹਾਲ ਆ? ਇਸ ਦੇ ਲਈ ਪਤਰਸ ਜਿਹੜਾ ਹੈ ਉਹ ਉਸ ਨੂੰ ਬੜੀ ਸਫਾਈ ਦੇ ਨਾਲ ਅਸੀਂ ਪੜ੍ਹਦੇ ਹਾਂ। ਪਹਿਲਾ ਪਤਰਸ ਉਸ ਦਾ 5ਵਾਂ ਪਾਠ, ਪਹਿਲਾ ਪਤਰਸ ਉਸ ਦਾ 5ਵਾਂ ਪਾਠ, ਔਰ ਅਸੀਂ ਇਸ ਨੂੰ ਪਹਿਲੀ ਆਇਤ ਤੋਂ ਲੈ ਕੇ 11 ਆਇਤ ਤੱਕ ਪੜਾਂਗੇ ਔਰ ਜਿਸ ਨੂੰ ਮਿਲ ਜਾਏ ਉਹ ਇਸ ਨੂੰ ਪੜ੍ਹੇ। 1 ਤੋਂ 11 ਆਇਤ ਤੱਕ, ਪੰਨਾ ਹੈਗਾ 440। ਮੈਂ ਪੜਾਂ ਜੀ। ਹਾਂਜੀ। ਪਰਮੇਸ਼ਰ ਦੇ ਇੱਜੜ। ਹੁਣ ਮੈਂ ਉਹਨਾਂ ਨੂੰ ਜੋ ਵਿਸ਼ਵਾਸ ਸੰਗਤ ਦੇ ਬਜ਼ੁਰਗ ਹਨ ਕੁਝ ਕਹਿਣਾ ਚਾਹੁੰਦਾ ਹਾਂ। ਮੈਂ ਇਹ ਸਭ ਇੱਕ ਸਾਥੀ ਬਜ਼ੁਰਗ ਹੋਣ ਦੇ ਨਾਤੇ ਕਹਿ ਰਿਹਾ ਹਾਂ, ਜਿਸ ਨੇ ਆਪ ਮਸੀਹ ਦੇ ਦੁੱਖਾਂ ਨੂੰ ਅੱਖੀਂ ਦੇਖਿਆ ਹੈ ਅਤੇ ਜਿਸ ਨੂੰ ਅੱਗੇ ਪ੍ਰਗਟ ਹੋਣ ਵਾਲੀ ਮਹਿਮਾ ਦੇ ਹਿੱਸੇਦਾਰ ਹੋਣ ਦੀ ਪੂਰੀ ਉਮੀਦ ਵੀ ਹੈ। ਪਰਮੇਸ਼ਰ ਦੇ ਇੱਜੜ ਦੀ ਦੇਖਭਾਲ ਕਰੋ ਜੋ ਉਸਨੇ ਤੁਹਾਨੂੰ ਦਿੱਤਾ ਹੈ। ਇਹ ਸੇਵਾ ਬਿਨਾਂ ਕਿਸੇ ਦਬਾਅ ਦੇ ਪਰਮੇਸ਼ਰ ਦੀ ਇੱਛਾ ਅਨੁਸਾਰ ਖੁਸ਼ੀ ਨਾਲ ਕਰੋ। ਨਾ ਹੀ ਇਹ ਸੇਵਾ ਕਿਸੇ ਲਾਲਚ ਵਿੱਚ ਆ ਕੇ ਕਰੋ, ਸਗੋਂ ਇਸ ਲਈ ਕਰੋ ਕਿ ਇਹ ਤੁਹਾਡੇ ਮਨ ਦੀ ਆਪਣੀ ਇੱਛਾ ਹੈ। ਤੁਸੀਂ ਉਹਨਾਂ ਤੇ ਜੋ ਤੁਹਾਨੂੰ ਸੌਂਪੇ ਗਏ ਹਨ ਕਿਸੇ ਤਰ੍ਹਾਂ ਦਾ ਹੁਕਮ ਵੀ ਨਾ ਚਲਾਓ, ਸਗੋਂ ਤੁਸੀਂ ਇੱਜੜ ਦੇ ਲਈ ਆਪ ਨਮੂਨਾ ਬਣੋ। ਇਸ ਦੇ ਲਈ ਪ੍ਰਮੁੱਖ ਚਰਵਾਹਾ ਪ੍ਰਗਟ ਹੋਵੇਗਾ ਤਾਂ ਤੁਸੀਂ ਉਹ ਮਹਿਮਾ ਵਾਲਾ ਤਾਜ ਪ੍ਰਾਪਤ ਕਰੋਗੇ ਜੋ ਕਦੀ ਵੀ ਵਿਗੜੇਗਾ ਨਹੀਂ। ਇਸੇ ਤਰ੍ਹਾਂ ਤੁਸੀਂ ਜੋ ਨੌਜਵਾਨ ਹੋ ਆਪਣੇ ਬਜ਼ੁਰਗਾਂ ਦੇ ਅਧੀਨ ਰਹੋ। ਤੁਸੀਂ ਸਭ ਦੀਨ ਹੋ ਕੇ ਇੱਕ ਦੂਜੇ ਦੀ ਸੇਵਾ ਕਰਨ ਦੇ ਲਈ ਤਿਆਰ ਰਹੋ, ਕਿਉਂਕਿ ਧਰਮ ਗ੍ਰੰਥ ਕਹਿੰਦਾ ਹੈ, ਪਰਮੇਸ਼ਰ ਹੰਕਾਰੀਆਂ ਦਾ ਸਿਰ ਨੀਵਾਂ ਕਰਦਾ ਹੈ ਪਰ ਉਹ ਦੀਨਾਂ ਤੇ ਕਿਰਪਾ ਕਰਦਾ ਹੈ। ਇਸ ਲਈ ਪਰਮੇਸ਼ਰ ਦੇ ਸ਼ਕਤੀਸ਼ਾਲੀ ਹੱਥ ਹੇਠ ਦੀਨ ਬਣ ਕੇ ਰਹੋ ਕਿ ਉਹ ਤੁਹਾਨੂੰ ਠੀਕ ਸਮਾਂ ਆਉਣ ਤੇ ਉન્નਤ ਕਰੇ। ਆਪਣੀਆਂ ਸਭ ਚਿੰਤਾਵਾਂ ਉਸ ਤੇ ਛੱਡ ਦਿਓ, ਕਿਉਂਕਿ ਉਹ ਤੁਹਾਡੀ ਚਿੰਤਾ ਕਰਦਾ ਹੈ। ਸਾਵਧਾਨ ਹੋ ਕੇ ਜਾਗਦੇ ਰਹੋ, ਕਿਉਂਕਿ ਤੁਹਾਡਾ ਬੈਰੀ ਅਰਥਾਤ ਸ਼ੈਤਾਨ ਗਰਜਦੇ ਸ਼ੇਰ ਦੀ ਤਰ੍ਹਾਂ ਇੱਧਰ ਉੱਧਰ ਲੱਭ ਰਿਹਾ ਹੈ ਕਿ ਉਹ ਕਿਸ ਨੂੰ ਪਾੜ ਖਾਵੇ। ਤੁਸੀਂ ਵਿਸ਼ਵਾਸ ਵਿੱਚ ਅਟਲ ਬਣੋ ਅਤੇ ਉਸ ਦਾ ਮੁਕਾਬਲਾ ਡਟ ਕੇ ਕਰੋ, ਕਿਉਂਕਿ ਤੁਸੀਂ ਜਾਣਦੇ ਹੋ ਕਿ ਤੁਹਾਡੇ ਸਾਥੀ ਵਿਸ਼ਵਾਸੀ ਵੀ ਸੰਸਾਰ ਭਰ ਵਿੱਚ ਇਹੋ ਜਿਹੇ ਦੁੱਖ ਹੀ ਸਹਿ ਰਹੇ ਹਨ। ਪਰਮੇਸ਼ਰ ਜੋ ਸਭ ਕਿਰਪਾ ਦਾ ਸੋਮਾ ਹੈ ਅਤੇ ਜਿਸ ਨੇ ਤੁਹਾਨੂੰ ਮਸੀਹ ਦੀ ਸੰਗਤ ਦੁਆਰਾ ਆਪਣੀ ਅਨੰਤ ਮਹਿਮਾ ਦੇ ਲਈ ਸੱਦਿਆ ਹੈ, ਉਹ ਤੁਹਾਡੇ ਕੁਝ ਸਮੇਂ ਦੁੱਖ ਸਹਿਣ ਤੇ ਪਿੱਛੋਂ ਤੁਹਾਨੂੰ ਫਿਰ ਤੋਂ ਦੁਬਾਰਾ ਖੜਾ ਕਰੇਗਾ, ਤੁਹਾਨੂੰ ਅਟਲ, ਸ਼ਕਤੀਸ਼ਾਲੀ ਅਤੇ ਨਾ ਹਿੱਲਣ ਵਾਲੀ ਨੀਂਹ ਤੇ ਖੜਿਆਂ ਕਰੇਗਾ। ਉਸੇ ਦਾ ਪ੍ਰਤਾਪ ਅਨੰਤ ਕਾਲ ਤੱਕ ਰਹੇ। ਆਮੀਨ। ਆਮੀਨ, ਆਮੀਨ। ਔਰ ਅਗਰ ਅਸੀਂ ਉਸ ਨੂੰ ਦੇਖੀਏ ਤਾਂ ਇਹ ਕੰਮ ਉਸ ਨੂੰ ਕਦੋਂ ਤੋਂ ਸ਼ੁਰੂ ਹੋਇਆ?
ਜਦੋਂ ਤੋਂ ਪ੍ਰਭੂ ਯਿਸੂ ਮਸੀਹ ਧਰਤੀ ਤੇ ਆਏ, ਉਸ ਦੀ ਛੋਟੀ ਜਿਹੀ ਇੱਕ ਝਾਂਕੀ ਜਿਹੜਾ ਕਿ ਸਵਰਗ ਦੇ ਵਿੱਚ ਕੀ ਹੋ ਰਿਹਾ ਸੀ ਜਿਸ ਲਈ ਪ੍ਰਭੂ ਯਿਸੂ ਮਸੀਹ ਧਰਤੀ ਤੇ ਸੀ, ਜਿਸ ਲਈ ਉਹ ਪੈਦਾ ਹੋਏ, ਔਰ ਕਿਸ ਤਰ੍ਹਾਂ ਉਸਨੇ ਪ੍ਰਭੂ ਯਿਸੂ ਮਸੀਹ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਉੱਥੇ ਵੀ ਇੱਕ ਜੰਗ ਚੱਲਦੀ ਪਈ ਆ ਉਸ ਵੇਲੇ ਬੜੀ ਭਾਰੀ ਜੰਗ ਚੱਲਦੀ ਪਈ ਆ, ਔਰ ਉਹ ਯਿਸੂ ਨੂੰ ਮਾਰਨਾ ਚਾਹੁੰਦਾ ਪਿਆ। ਸੋ ਆਓ ਅਸੀਂ ਚਲੀਏ ਪ੍ਰਕਾਸ਼ ਦੀ ਪੋਥੀ ਦੇ ਵਿੱਚ ਉਸ ਦਾ 12ਵਾਂ ਭਾਵ ਅਸੀਂ ਦੇਖਾਂਗੇ। ਪ੍ਰਕਾਸ਼ ਦੀ ਪੋਥੀ ਉਸ ਦਾ 12ਵਾਂ ਭਾਵ 477 ਪੰਨਾ। ਅਗਰ ਤੁਹਾਨੂੰ ਤੁਹਾਡੇ ਕੋਲ ਨਵੀਆਂ ਬਾਈਬਲਾਂ ਪੰਜਾਬੀ ਦੀਆਂ, ਪ੍ਰਕਾਸ਼ ਦੀ ਪੋਥੀ 12ਵਾਂ ਭਾਵ 477 ਪੰਨਾ, ਔਰ ਉੱਥੇ ਇਹ ਜਿਹੜਾ ਚਿੰਨ੍ਹ, ਕਿਉਂਕਿ ਪ੍ਰਕਾਸ਼ ਦੀ ਪੋਥੀ ਕਿਸੇ ਸਮੇਂ ਦੇ ਵਿੱਚ ਨਹੀਂ ਬਚੀ, ਪ੍ਰਕਾਸ਼ ਦੀ ਪੋਥੀ ਦੇ ਵਿੱਚ ਜਿਹੜੀਆਂ ਸਾਨੂੰ ਚੀਜ਼ਾਂ ਦਿਖਾਈਆਂ ਗਈਆਂ ਉਹ ਸਾਰੇ ਸਮੇਂ ਦੇ ਵਿੱਚ ਕੀ ਹੋ ਰਿਹਾ ਉਹਨਾਂ ਚੀਜ਼ਾਂ ਨੂੰ ਅੱਗੇ ਰੱਖਦਿਆਂ ਹੋਇਆ ਪ੍ਰਕਾਸ਼ ਦੀ ਪੋਥੀ ਜਿਹੜੀ ਸਾਨੂੰ ਦਿੱਤੀ ਗਈ ਹੈ। ਜਿਸ ਨੂੰ ਮਿਲ ਜਾਏ ਉਹ ਇਸ ਦੀਆਂ ਥੋੜੀਆਂ 18 ਆਇਤਾਂ ਹੈ, ਇਸਨੂੰ ਅਸੀਂ ਅਖੀਰ ਦੀਆਂ 18 ਆਇਤਾਂ ਦੇਖਾਂਗੇ, ਔਰ ਉੱਥੋਂ ਦੇਖਾਂਗੇ ਕਿ ਸ਼ੈਤਾਨ ਨੂੰ ਕਿਸ ਤਰ੍ਹਾਂ ਤਰਥੱਲੀ ਪਈ ਹੋਈ ਪ੍ਰਭੂ ਯਿਸੂ ਮਸੀਹ ਦੇ ਆਉਣ ਦੇ ਟਾਈਮ ਉਸਨੇ ਕੀ ਕੁਛ ਕੀਤਾ, ਔਰ ਉਹ ਹੁਣ ਸਾਡੇ ਨਾਲ ਕੀ ਕੁਛ ਕਰੇਗਾ। ਔਰ ਇਸ ਕਰਕੇ ਸਾਨੂੰ ਜਿਹੜੇ ਹਥਿਆਰ ਦਿੱਤੇ ਗਏ ਆ, ਪ੍ਰਭੂ ਨੇ ਜਿਹੜੇ ਦਿੱਤੇ ਆ, ਜਿਹੜਾ ਤਾਣਾ ਬਾਣਾ ਸਾਨੂੰ ਦਿੱਤਾ, ਇਸ ਕਰਕੇ ਦਿੱਤਾ ਹੈ। ਕਿਉਂ? ਕਿਉਂਕਿ ਇੱਥੋਂ ਉਸਨੂੰ ਇੱਕ ਚੀਜ਼ ਦਾ ਪਤਾ ਲੱਗ ਗਿਆ ਕਿ ਪ੍ਰਭੂ ਨੇ ਇਹਨਾਂ ਲੋਕਾਂ ਦੀ ਮੁਕਤੀ ਨੂੰ ਕੱਲ ਦਿੱਤਾ, ਉਸ ਮੁਕਤੀ ਨੂੰ ਜਿੱਤਣਾ ਪ੍ਰਾਪਤ ਹੋ ਜਾਏ ਕਿਸੇ ਤਰ੍ਹਾਂ, ਉਸ ਦਾ ਇੱਥੋਂ ਕੰਮ ਸ਼ੁਰੂ ਹੋਇਆ। ਸੋ ਇਸ ਨੂੰ ਕੋਈ ਜਾਣਾ 12 ਆਇਤ ਤੋਂ ਲੈ 12ਵਾਂ ਭਾਵ 477 ਪੰਨਾ ਪਹਿਲੀ ਆਇਤ ਤੋਂ। ਆਓ ਅਸੀਂ ਇਸ ਨੂੰ ਪਹਿਲਾਂ ਦੇਖਾਂਗੇ ਇਸ ਦੀਆਂ 9 ਆਇਤ। ਮੈਂ ਪੜ੍ਹਦਾ ਜੀ 9 ਤੱਕ। ਇਸ ਦੇ ਪਿੱਛੋਂ ਆਕਾਸ਼ ਵਿੱਚ ਇੱਕ ਨਿਸ਼ਾਨ ਦਿਖਾਈ ਦਿੱਤਾ, ਇੱਕ ਔਰਤ ਸੂਰਜ ਦਾ ਵਸਤਰ ਪਾਈ, ਪੈਰਾਂ ਹੇਠ ਚੰਦਰਮਾ ਲਈ ਅਤੇ ਸਿਰ ਤੇ 12 ਤਾਰਿਆਂ ਦਾ ਤਾਜ ਰੱਖੀ ਦਿਖਾਈ ਦਿੱਤੀ। ਉਹ ਗਰਭਵਤੀ ਸੀ, ਪ੍ਰਸੂਤਕ ਪੀੜਾਂ ਕਾਰਨ ਉਸਦੀ ਚੀਖ ਨਿਕਲ ਗਈ। ਤਦ ਆਕਾਸ਼ ਵਿੱਚ ਇੱਕ ਹੋਰ ਨਿਸ਼ਾਨ ਦਿਖਾਈ ਦਿੱਤਾ, ਇੱਕ ਵੱਡਾ ਲਾਲ ਰੰਗ ਦਾ ਅਜਗਰ ਜਿਸ ਦੇ 7 ਸਿਰ ਤੇ 7 ਸਿੰਗ ਸਨ ਪ੍ਰਗਟ ਹੋਇਆ। ਉਸਦੇ ਸਿਰਾਂ ਉੱਤੇ 7 ਹੀ ਤਾਜ ਸੀ। ਉਸ ਦੀ ਪੂਛ ਨਾਲ ਆਕਾਸ਼ ਦੇ ਤਾਰਿਆਂ ਦਾ ਤੀਜਾ ਹਿੱਸਾ ਹੁੰਜਿਆ ਗਿਆ, ਜਿਸ ਕਾਰਨ ਉਹ ਤਾਰੇ ਧਰਤੀ ਹੇਠਾਂ ਡਿੱਗ ਪਏ। ਉਹ ਅਜਗਰ ਔਰਤ ਦੇ ਸਾਹਮਣੇ ਜਾ ਖੜਾ ਹੋਇਆ ਅਤੇ ਉਹ ਉਸਦੇ ਬੱਚੇ ਨੂੰ ਖੜਾ ਹੋਇਆ ਕਿ ਉਹ ਉਸਦੇ ਬੱਚੇ ਨੂੰ ਨਿਗਲ ਜਾਵੇ, ਜਿਸ ਨੂੰ ਉਹ ਜਨਮ ਦੇਣ ਹੀ ਵਾਲੀ ਸੀ। ਸੋ ਉਸ ਔਰਤ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ, ਜੋ ਸਭ ਕੌਮਾਂ ਤੇ ਲੋਹੇ ਦੇ ਰਾਜ ਦੰਡ ਨਾਲ ਰਾਜ ਕਰੇਗਾ। ਪਰ ਉਹ ਬੱਚਾ ਤੁਰੰਤ ਹੀ ਪਰਮੇਸ਼ਰ ਦੇ ਕੋਲ ਅਰਥਾਤ ਉਸਦੇ ਤਖਤ ਕੋਲ ਪਹੁੰਚ ਗਿਆ। ਤਦ ਉਹ ਉਜਾੜ ਵਾਲੀ ਥਾਂ ਵੱਲ ਦੌੜ ਗਈ, ਜਿੱਥੇ ਉਸਦੇ ਲਈ ਪਰਮੇਸ਼ਰ ਦੁਆਰਾ ਥਾਂ ਤਿਆਰ ਕੀਤੀ ਗਈ ਸੀ ਕਿ ਉਹ 1260 ਦਿਨ ਤੱਕ ਸਹੀ ਸਲਾਮਤ ਰਹਿ ਸਕੇ। ਹੋਰ ਅੱਗੇ ਜੀ। ਹਾਂਜੀ। ਫਿਰ ਸਵਰਗ ਵਿੱਚ ਜੰਗ ਛਿੜ ਪਿਆ। ਸਵਰਗਦੂਤ ਮਿਕਾਇਲ ਅਤੇ ਉਸਦੇ ਸਾਥੀ ਸਵਰਗਦੂਤ ਅਜਗਰ ਦੇ ਵਿਰੁੱਧ ਲੜੇ। ਅਜਗਰ ਅਤੇ ਉਸਦੇ ਸਾਥੀ ਵੀ ਲੜੇ, ਪਰ ਉਹ ਜਿੱਤ ਨਾ ਸਕੇ। ਇਸ ਲਈ ਉਹਨਾਂ ਲਈ ਸਵਰਗ ਵਿੱਚ ਕੋਈ ਥਾਂ ਬਾਕੀ ਨਾ ਰਹੀ। ਇਸ ਲਈ ਉਹ ਵੱਡਾ ਅਜਗਰ ਅਰਥਾਤ ਪੁਰਾਣਾ ਸੱਪ, ਜੋ ਇਬਲੀਸ ਜਾਂ ਸ਼ੈਤਾਨ ਵੀ ਖਵਾਉਂਦਾ ਹੈ ਅਤੇ ਜੋ ਸਾਰੇ ਸੰਸਾਰ ਨੂੰ ਕਰਾਹੇ ਪਾਉਂਦਾ ਹੈ, ਆਪਣੇ ਸਵਰਗਦੂਤਾਂ ਸਮੇਤ ਹੇਠ ਧਰਤੀ ਤੇ ਸੁੱਟ ਦਿੱਤਾ ਗਿਆ। ਤਦ ਮੈਂ ਸਵਰਗ ਵਿੱਚੋਂ ਇੱਕ ਉੱਚੀ ਆਵਾਜ਼ ਇਹ ਕਹਿੰਦੇ ਹੋਏ ਸੁਣੀ, ਹੁਣ ਸਾਡੇ ਪਰਮੇਸ਼ਰ ਦੀ ਮੁਕਤੀ, ਬਲ ਅਤੇ ਰਾਜ, ਉਸਦੀ ਮਹਿਮਾ ਦਾ ਅਧਿਕਾਰ ਆ ਪਹੁੰਚਾ ਹੈ, ਕਿਉਂਕਿ ਸਾਡੇ ਭਰਾਵਾਂ ਤੇ ਪਰਮੇਸ਼ਰ ਦੇ ਸਾਹਮਣੇ ਰਾਤ ਦਿਨ ਦੋਸ਼ ਲਾਉਣ ਵਾਲਾ ਹੇਠਾਂ ਸੁੱਟ ਦਿੱਤਾ ਗਿਆ ਹੈ। ਉਹਨਾਂ ਨੇ ਮੇਮਣੇ ਦੇ ਲਹੂ ਅਤੇ ਉਸ ਦੁਆਰਾ ਜਿਸ ਦੀ ਉਹਨਾਂ ਗਵਾਹੀ ਦਿੱਤੀ ਹੈ, ਜਿੱਤ ਪ੍ਰਾਪਤ ਕੀਤੀ ਹੈ।
ਕਿਉਂਕਿ ਉਹਨਾਂ ਨੇ ਆਪਣੇ ਪ੍ਰਾਣਾਂ ਦੀ ਪਰਵਾਹ ਨਾ ਕੀਤੀ, ਸਗੋਂ ਮੌਤ ਆਪਣੇ ਲਈ ਕਬੂਲ ਕਰ ਲਈ। ਹੁਣ ਜੋ ਸਵਰਗ ਅਤੇ ਉਸਦੇ ਵਿੱਚ ਰਹਿਣ ਵਾਲਿਓ, ਆਨੰਦ ਮਨਾਓ, ਪਰ ਹੇ ਧਰਤੀ ਅਤੇ ਸਮੁੰਦਰ ਤੁਹਾਡੇ ਲਈ ਅਫਸੋਸ, ਕਿਉਂਕਿ ਇਬਲਿਸ ਵੱਡੇ ਕ੍ਰੋਧ ਨਾਲ ਤੁਹਾਡੇ ਕੋਲ ਆ ਗਿਆ ਹੈ, ਇਹ ਜਾਣਦੇ ਹੋਏ ਕਿ ਉਸਦਾ ਸਮਾਂ ਥੋੜਾ ਹੀ ਬਾਕੀ ਹੈ। ਇਸ ਤੇ ਅਜਗਰ ਨੇ ਜਦ ਦੇਖਿਆ ਕਿ ਉਹ ਹੇਠਾਂ ਸੁੱਟ ਦਿੱਤਾ ਗਿਆ ਹੈ, ਤਾਂ ਉਹ ਉਸ ਔਰਤ ਦਾ ਪਿੱਛਾ ਕਰਨ ਲੱਗਾ ਜਿਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਸੀ। ਪਰ ਉਸ ਔਰਤ ਨੂੰ ਵੱਡੇ ਉਕਾਬ ਦੇ 2 ਖੰਭ ਦਿੱਤੇ ਗਏ, ਜਿਨ੍ਹਾਂ ਦੀ ਮਦਦ ਨਾਲ ਉਹ ਉੜ ਕੇ ਆਪਣੀ ਉਜਾੜ ਵਾਲੀ ਥਾਂ ਤੇ ਜਾ ਸਕਦੀ, ਜਿੱਥੇ ਉਹ 3.5 ਸਾਲਾਂ ਤੱਕ ਸੱਪ ਤੋਂ ਦੂਰ ਸਹੀ ਸਲਾਮਤ ਰਹਿ ਸਕਦੀ ਸੀ। ਪਰ ਉਸ ਸੱਪ ਨੇ ਆਪਣੇ ਮੂੰਹ ਵਿੱਚੋਂ ਦਰਿਆ ਦੇ ਵਾਂਗ ਉਸ ਔਰਤ ਦੇ ਪਿੱਛੇ ਪਾਣੀ ਛੱਡਿਆ, ਤਾਂ ਜੋ ਉਸ ਨਾਲ ਰੁੜ ਜਾਵੇ। ਪਰ ਔਰਤ ਦੀ ਮਦਦ ਧਰਤੀ ਨੇ ਕੀਤੀ ਅਤੇ ਧਰਤੀ ਨੇ ਆਪਣਾ ਮੂੰਹ ਖੋਲ ਕੇ ਉਸ ਦਰਿਆ ਨੂੰ ਪੀ ਲਿਆ ਜੋ ਅਜਗਰ ਨੇ ਆਪਣੇ ਮੂੰਹ ਵਿੱਚੋਂ ਛੱਡਿਆ ਸੀ। ਇਸ ਤੋਂ ਅਜਗਰ ਔਰਤ ਨਾਲ ਹੋਰ ਵੀ ਕ੍ਰੋਧਿਤ ਹੋਇਆ। ਇਸ ਲਈ ਉਹ ਔਰਤ ਦੀ ਬਾਕੀ ਸੰਤਾਨ, ਜਿਨ੍ਹਾਂ ਪਰਮੇਸ਼ਰ ਦੇ ਹੁਕਮਾਂ ਦੀ ਪਾਲਣਾ ਕੀਤੀ ਸੀ ਅਤੇ ਮਸੀਹ ਦੁਆਰਾ ਦਿੱਤੀ ਗਵਾਹੀ ਨੂੰ ਆਪਣੇ ਜੀਵਨ ਵਿੱਚ ਥਾਂ ਦਿੱਤੀ ਸੀ, ਨਾਲ ਲੜਨ ਲਈ ਗਿਆ। ਉਹ ਜਾ ਕੇ ਸਮੁੰਦਰ ਦੇ ਕੰਢੇ ਤੇ ਪਈ ਰੇਤ ਉੱਤੇ ਖੜਾ ਹੋ ਗਿਆ। ਸੋ ਇੱਥੇ ਬਹੁਤ ਸਾਰੇ ਜਿਸ ਤਰ੍ਹਾਂ ਕਿ ਸਾਨੂੰ ਸਾਇੰਸ ਦਿਖਾਈ ਗਏ, ਜਿਨ੍ਹਾਂ ਨੂੰ ਖੋਲਣ ਦੇ ਲਈ ਬਹੁਤ ਸਮਾਂ ਲੱਗੇਗਾ, ਲੇਕਿਨ ਮੈਂ ਇਸਨੂੰ ਬਹੁਤ ਜਿੱਦਾਂ ਇੱਕ ਸਿੰਪਲ ਤਰੀਕੇ ਦੇ ਨਾਲ ਆਪਾਂ ਇਸ ਨੂੰ ਸਿੰਪਲ ਤਰੀਕੇ ਦੇ ਨਾਲ ਜਿਸ ਵੇਲੇ ਅਸੀਂ ਦੇਖਦੇ ਪਏ ਹਾਂ, ਤੇ ਇੱਥੇ 2 ਚੀਜ਼ਾਂ ਸਾਨੂੰ ਦਿਖਾਈਆਂ ਗਈਆਂ। ਜੀ ਹਾਂ, ਇੱਥੇ ਸਾਨੂੰ ਜਿਹੜੀਆਂ 2 ਚੀਜ਼ਾਂ ਦਿਖਾਈਆਂ ਗਈਆਂ, ਮਰੀਅਮ ਦੇ ਰੂਪ ਦੇ ਵਿੱਚ ਸਾਨੂੰ ਇਜ਼ਰਾਈਲ ਦਿਖਾਇਆ, ਉਸਦਾ ਘਰਾਣਾ ਦਿਖਾਇਆ, ਉਹ ਜਿਹੜੀ ਔਰਤ ਸਾਨੂੰ ਦਿਖਾਈ ਗਈ। ਬਾਕੀ ਉਹ ਅਜਗਰ ਤਾਂ ਸਾਨੂੰ ਪਤਾ ਕਿ ਉਹ ਸ਼ੈਤਾਨ ਆ, ਉਹਦੇ ਲਈ ਤਾਂ ਕੋਈ ਵੱਡੀ ਚੀਜ਼ ਨਹੀਂ ਹੈ, ਜਦੋਂ ਉਹ ਤਾਂ ਆਲਰੇਡੀ ਇਹਨਾਂ ਨੇ ਖੋਲ ਦਿੱਤਾ। ਇਜ਼ਰਾਈਲ ਦੀ ਕੁੱਖ ਦੇ ਵਿੱਚੋਂ ਪ੍ਰਭੂ ਯਿਸੂ ਮਸੀਹ, ਇਜ਼ਰਾਈਲ ਦੇ ਘਰਾਣੇ ਦੀ ਕੁੱਖ ਦੇ ਵਿੱਚ ਪ੍ਰਭੂ ਯਿਸੂ ਮਸੀਹ ਪੈਦਾ ਹੋਏ ਸੀ। ਠੀਕ, ਔਰ ਉੱਥੋਂ ਅਸੀਂ ਸਾਰੀਆਂ ਉਹ ਚੀਜ਼ਾਂ ਦੇਖੀਆਂ ਕਿ ਕਿਸ ਤਰ੍ਹਾਂ ਉਹ ਸ਼ੁਰੂ ਤੋਂ ਮਰੀਅਮ ਦੇ ਪਿੱਛੇ ਪਿਆ ਸੀ। ਇਸ ਲਈ ਪ੍ਰਭੂ ਯਿਸੂ ਮਸੀਹ ਆਏ ਆ ਤੇ ਕਿਸ ਤਰ੍ਹਾਂ ਇਜ਼ਰਾਈਲ ਦੇ ਵਿੱਚ ਛੋਟੇ ਬੱਚੇ ਮਰਵਾਏ ਗਏ, ਕਿਸ ਤਰ੍ਹਾਂ ਉਹਨਾਂ ਨੂੰ ਦੂਰ ਸਮੁੰਦਰਾਂ ਤੋਂ ਪਾਰ ਜਾਣਾ ਪਿਆ, ਉਹਨਾਂ ਨੂੰ ਮਿਸਰ ਦੇ ਵਿੱਚ ਜਾਣਾ ਪਿਆ, ਜਿੱਥੇ ਉਹ 3.5 ਸਾਲ ਤੱਕ ਰਹੇ, ਔਰ ਕਿੱਦਾਂ ਉੱਥੋਂ ਉਹ ਫਿਰ ਵਾਪਸ ਆਇਆ, ਫਿਰ ਵੀ ਉਹ ਡਰਦੇ ਨਹੀਂ ਗਏ। ਔਰ ਇੱਥੇ ਜਿਹੜਾ ਅਗਲਾ ਸਾਈਨ ਦਿਖਾਇਆ ਗਿਆ ਕਿ ਉਹ ਜਿੱਤ ਪ੍ਰਾਪਤ ਕਰਕੇ ਜਿਸ ਵੇਲੇ ਪ੍ਰਭੂ ਦੇ ਸੱਜੇ ਹੱਥ ਜਾ ਬੈਠਾ, ਉਸ ਸਮੇਂ ਤੱਕ ਦਾ ਸਾਰਾ ਹਿੱਸਾ ਦਿਖਾਇਆ। ਲੇਕਿਨ ਅੰਤ ਦੇ ਵਿੱਚ ਜਿਹੜੀ ਚੀਜ਼ ਦਿਖਾਈ ਗਈ ਹੈ, ਉਹ ਇਹ ਦਿਖਾਈ ਗਈ ਹੈ ਕਿ ਹੁਣ ਉਹ ਕੀ ਕਰਦਾ ਪਿਆ। ਹੁਣ ਉਹ ਉਹਨਾਂ ਲੋਕਾਂ ਦੇ ਪਿੱਛੇ ਪਿਆ ਆ ਜਿਹੜੇ ਉਹਦੇ ਸ਼ੁਭ ਸਮਾਚਾਰ ਨੂੰ ਸੁਣਾਉਂਦੇ ਪਏ, ਜਿਹੜੇ ਪ੍ਰਭੂ ਯਿਸੂ ਮਸੀਹ ਦੇ ਸ਼ੁਭ ਸਮਾਚਾਰ ਨੂੰ ਸੁਣਾਉਂਦੇ ਪਏ। ਸੋ ਇਹ ਜਿਹੜੇ ਸਾਰੇ ਟੂਣੇ ਤਵੀਤਾਂ ਵਾਲੇ ਜਿਹੜੇ ਅੱਜ ਬੈਠੇ ਹੋ ਜਗ੍ਹਾ ਜਗ੍ਹਾ ਦੇ ਵਿੱਚ ਆਪਣੇ ਖੋਲ ਕੇ ਡੇਰੇ ਖੋਲ ਕੇ ਬੈਠੇ ਹੋ, ਇਹ ਕੌਣ ਆ? ਇਹ ਉਹੀ ਆ ਜਿਹੜੇ 1/3 ਸਵਰਗਦੂਤ ਉਸ ਦੇ ਨਾਲ ਟਿਕੇ, ਜਿਨ੍ਹਾਂ ਨੂੰ ਸਵਰਗ ਦੇ ਵਿੱਚ ਨਹੀਂ ਰਹਿਣ ਦਿੱਤਾ ਗਿਆ। ਔਰ ਉਹ ਇਹ ਸਾਰੇ ਕੰਮ ਜਿਹੜੇ ਹੁਣ ਧਰਤੀ ਦੇ ਉੱਤੇ ਆ ਕੇ ਉਹ ਕਰਵਾਉਂਦੇ ਪਏ। ਬਾਈਬਲ ਦੇ ਵਿੱਚ ਇੱਕ ਕਿਤਾਬ ਸਵੀਕਾਰ ਨਹੀਂ ਕੀਤੀ ਗਈ, ਉਸਨੂੰ ਹਨੂਕ ਦੀ ਕਿਤਾਬ ਕਿਹਾ ਜਾਂਦਾ, ਜਿਹੜਾ ਕਿ ਅਸੀਂ ਦੇਖੀਏ ਜਿਹੜਾ ਆਦਮ ਤੋਂ 5ਵਾਂ ਸੀ, ਜਿਹੜਾ ਸਿਰਫ 365 ਸਾਲ ਦੀ ਉਮਰ ਦੇ ਵਿੱਚ ਉਠਾ ਲਿਆ ਗਿਆ। ਔਰ ਉਸਨੇ ਜਿਹੜੀ ਪੁਸਤਕ ਲਿਖਿਆ, ਉਸਦੇ ਵਿੱਚ ਸਾਨੂੰ ਦੱਸਿਆ ਗਿਆ ਕਿ ਜਿਹੜੇ ਉਹਨਾਂ ਤੋਂ ਬੱਚੇ ਪੈਦਾ ਹੋਏ, ਉਹਨਾਂ ਨੇ ਇਹ ਸਾਰਾ ਡਿਵੀਏਸ਼ਨ, ਇਹ ਸਾਰੀਆਂ ਚੀਜ਼ਾਂ ਇਨਸਾਨ ਨੂੰ ਕਰਨੀਆਂ ਸਿਖਾਈਆਂ। ਸੋ ਹੁਣ ਅਗਰ ਅਸੀਂ ਉਸ ਜਗ੍ਹਾ ਤੇ ਆਉਂਦੇ ਹਾਂ ਤੇ ਉਹ ਇਹ ਕਹਿ ਰਿਹਾ ਕਿ ਇਹ ਚੀਜ਼ਾਂ ਤੁਹਾਡੇ ਆਲੇ ਦੁਆਲੇ ਆ, ਔਰ ਇਹਨਾਂ ਤੋਂ ਜਿਹੜੀ ਰੱਖਿਆ ਹੈ ਤੁਹਾਡੀ, ਉਹ ਇੱਕੋ ਹੀ ਕਰ ਸਕਦਾ। ਔਰ ਉਹ ਉਸ ਦੇ ਕੋਲੋਂ ਅਸੀਂ ਆਪਣੀ ਜਿਹੜੀ ਸਭ ਤੋਂ ਪਹਿਲਾਂ ਜਿਹੜਾ ਸਾਨੂੰ ਬਲ ਦਿੱਤਾ,
ਔਰ ਉਹ ਹੈ ਪਵਿੱਤਰ ਆਤਮਾ। ਸ਼ਕਤੀ ਉਹ ਹੈ ਪਵਿੱਤਰ ਆਤਮਾ, ਉਸ ਨੂੰ ਪ੍ਰਾਪਤ ਕਰੋ। ਐਂਡ ਦੈਟ ਇਜ਼ ਦਾ ਸਟੈਪ ਕਿ ਜਿਸ ਵੇਲੇ ਅਸੀਂ, ਕਿਉਂਕਿ ਅਸੀਂ ਸਾਡੇ ਕੋਲ ਕੋਈ ਸ਼ਕਤੀ ਨਹੀਂ, ਆਪਣੇ ਕੋਲ ਸਾਡੇ ਕੋਲ ਕੋਈ ਸ਼ਕਤੀ ਨਹੀਂ, ਸਿਰਫ ਪ੍ਰਭੂ ਯਿਸੂ ਮਸੀਹ ਦੇ ਵਿੱਚ ਜਿਸਲੇ ਅਸੀਂ ਆਉਂਦੇ ਹਾਂ ਤੇ ਸਾਨੂੰ ਉਹ ਸ਼ਕਤੀ ਪ੍ਰਾਪਤ ਹੁੰਦੀ। ਔਰ ਉਹ ਸਿਰਫ ਤੇ ਸਿਰਫ ਚਾਹੇ ਯਹੂਦੀ ਆ ਚਾਹੇ ਬਾਕੀ ਦੀਆਂ ਕੌਮਾਂ, ਉਹ ਸ਼ਕਤੀ ਸਿਰਫ ਤੇ ਸਿਰਫ ਪ੍ਰਭੂ ਯਿਸੂ ਮਸੀਹ ਦੇ ਵਿੱਚ ਹੀ ਪ੍ਰਾਪਤ ਹੁੰਦੀ ਹੈ। ਕਿਉਂ? ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਇਸ ਚੀਜ਼ ਨੂੰ ਬਿਲਕੁਲ ਸਾਫ਼ ਕਰ ਦਿੱਤਾ ਸੀਗਾ। ਔਰ ਇਹ ਚੀਜ਼ ਮੈਂ ਤੁਹਾਨੂੰ ਤਾਂ ਬਾਰ-ਬਾਰ ਦਿਖਾਉਣਾ ਪਿਆ ਕਿ ਸਭ ਤੋਂ ਜਿਹੜਾ ਪਹਿਲਾ ਸਟੈਪ ਆ ਉਹ ਇਹ ਜ਼ਰੂਰੀ ਆ। ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਸ ਦੇ ਸਾਰੇ ਹਥਿਆਰਾਂ ਨੂੰ ਖੋਲ ਕੇ ਦੇਖਾਂਗੇ ਜੋ ਪ੍ਰਭੂ ਦਾ ਬੰਦਾ ਸਾਨੂੰ ਦੇ ਰਿਹਾ। ਮੇਰੇ ਨਾਲ ਦੇਖੋ, ਦੋ ਹਿੱਸੇ ਅਸੀਂ ਦੇਖਾਂਗੇ। ਪਹਿਲਾਂ ਦੇਖਾਂਗੇ ਗॉस्पेल ऑफ जॉन, यूहन्ना ਦਾ शुभ समाचार, पन्ना है 192, ਉਸ ਦੀ 15 ਆਇਤ ਤੋਂ ਲੈ ਕੇ 15 ਆਇਤ ਅਸੀਂ ਇਸ ਦੀ ਵੈਸੇ ਪੜਾਂਗੇ ਤਾਂ ਅਸੀਂ ਜਿੱਦਾਂ 31 ਤੱਕ, ਪਰ ਪਹਿਲਾਂ ਅਸੀਂ ਪੜਾਂਗੇ 20 ਤੱਕ, ਜਿਸ ਨੂੰ ਮਿਲ ਮੈਂ ਪੜ੍ਹਦੀ ਹਾਂ ਪਾਸਟਰ ਜੀ। ਹਾਂਜੀ, ਪਵਿੱਤਰ ਆਤਮਾ ਦੇ ਲਈ ਵਚਨ, ਜੇਕਰ ਤੁਸੀਂ ਮੈਨੂੰ ਪਿਆਰ ਕਰਦੇ ਹੋ ਤੁਸੀਂ ਮੇਰੀ ਆਗਿਆਵਾਂ ਦਾ ਪਾਲਣ ਕਰੋਗੇ। ਮੈਂ ਪਿਤਾ ਨੂੰ ਬੇਨਤੀ ਕਰਾਂਗਾ ਅਤੇ ਉਹ ਤੁਹਾਨੂੰ ਦੂਜਾ ਮਦਦਗਾਰ ਦੇਵੇਗਾ ਕਿ ਉਹ ਸਦਾ ਤੁਹਾਡੇ ਨਾਲ ਰਹੇ, ਅਰਥਾਤ ਸਤ ਦਾ ਆਤਮਾ, ਜਿਸ ਨੂੰ ਸੰਸਾਰ ਪ੍ਰਾਪਤ ਨਹੀਂ ਕਰ ਸਕਦਾ ਕਿਉਂਕਿ ਨਾ ਤਾਂ ਸੰਸਾਰ ਉਸ ਨੂੰ ਦੇਖਦਾ ਹੈ ਅਤੇ ਨਾ ਹੀ ਜਾਣਦਾ ਹੈ, ਪਰ ਤੁਸੀਂ ਉਸ ਨੂੰ ਜਾਣਦੇ ਹੋ ਕਿਉਂਕਿ ਉਹ ਤੁਹਾਡੇ ਨਾਲ ਰਹਿੰਦਾ ਹੈ ਅਤੇ ਤੁਹਾਡੇ ਵਿੱਚ ਹੋਵੇਗਾ। ਮੈਂ ਤੁਹਾਨੂੰ ਅਨਾਥ ਨਹੀਂ ਛੱਡਾਂਗਾ, ਮੈਂ ਤੁਹਾਡੇ ਕੋਲ ਆ ਰਿਹਾ ਹਾਂ। ਥੋੜਾ ਚਿਰ ਹੋਰ ਹੈ, ਫਿਰ ਸੰਸਾਰ ਮੈਨੂੰ ਕਦੇ ਨਹੀਂ ਦੇਖੇਗਾ, ਪਰ ਤੁਸੀਂ ਮੈਨੂੰ ਦੇਖੋਗੇ। ਮੈਂ ਜਿਉਂਦਾ ਹਾਂ, ਇਸ ਲਈ ਤੁਸੀਂ ਵੀ ਜਿਓਗੇ। ਉਸ ਦਿਨ ਤੁਸੀਂ ਜਾਣੋਗੇ ਕਿ ਮੈਂ ਪਿਤਾ ਵਿੱਚ ਹਾਂ, ਤੁਸੀਂ ਮੇਰੇ ਵਿੱਚ ਅਤੇ ਮੈਂ ਤੁਹਾਡੇ ਵਿੱਚ ਹਾਂ। ਆਮੀਨ। ਤੇ ਮੈਂ ਤੁਹਾਡੇ ਵਿੱਚ ਹਾਂ। ਸੋ ਇਹ ਪ੍ਰਭੂ ਯਿਸੂ ਮਸੀਹ ਦੀ ਆਪਣੀ ਹਜ਼ੂਰੀ ਆ। ਪ੍ਰਭੂ ਯਿਸੂ ਮਸੀਹ ਦਾ ਨਾਮ ਵਰਤਣਾ ਨਹੀਂ। ਸਕੇਵਾ ਦੇ ਪੁੱਤਰ ਵੀ ਉਹਨਾਂ ਨੇ ਵੀ ਤਾਂ ਨਾਂ ਯਿਸੂ ਦਾ ਵਰਤਿਆ ਹੀ ਸੀਗਾ। ਕੀ ਉਹਨਾਂ ਨੇ ਕਿਹਾ ਸੀਗਾ ਕਿ ਯਿਸੂ ਮਸੀਹ ਔਰ ਉਸ ਦਾ ਜਿਸ ਨੂੰ ਪੌਲੁਸ, ਜਿਸ ਦਾ ਸੇਵਕ ਪੌਲੁਸ ਆ, ਉਹਦੇ ਨਾਂ ਤੇ ਅਸੀਂ ਤੁਹਾਨੂੰ ਕਹਿੰਦੇ ਹਾਂ ਕਿ ਇਹਦੇ ਵਿੱਚੋਂ ਨਿਕਲ ਜਾਓ। ਪਰ ਬੁਰੀਆਂ ਆਤਮਾਵਾਂ ਨਿਕਲੀਆਂ ਨਹੀਂ। ਉਹਨਾਂ ਨੇ ਕਿਹਾ ਯਿਸੂ ਨੂੰ ਵੀ ਮੈਂ ਜਾਣਦਾ ਤੇ ਪੌਲੁਸ ਨੂੰ ਵੀ ਮੈਂ ਜਾਣਦਾ, ਤੂੰ ਕੌਣ? ਤੂੰ ਕੌਣ? ਕਿਉਂਕਿ ਸਾਡੀ ਪਹਿਚਾਣ ਜਿਹੜੀ ਆਉਂਦੀ ਆ ਉਹ ਪ੍ਰਭੂ ਯਿਸੂ ਮਸੀਹ ਦੀ ਸਵੀਕ੍ਰਿਤੀ ਤੋਂ ਬਾਅਦ ਆਉਂਦੀ। ਇਸ ਕਰਕੇ ਪ੍ਰਭੂ ਦਾ ਵਚਨ ਸਾਨੂੰ ਦੱਸਦਾ ਪਿਆ ਕਿ ਪ੍ਰਭੂ ਯਿਸੂ ਮਸੀਹ ਦਾ ਇਹ ਆਪਣੇ ਸ਼ਬਦ ਦਾ ਜਿਹੜੇ ਸਾਨੂੰ ਦੱਸਦੇ ਪਏ ਆ ਕਿ ਸੰਸਾਰ ਉਹਨਾਂ ਨੂੰ ਪ੍ਰਾਪਤ ਨਹੀਂ ਕਰ ਸਕਦਾ। ਯਿਸੂ ਮਸੀਹ ਦਾ ਨਾ ਕੋਈ ਕੋਡ ਨਹੀਂਗਾ ਕਿ ਕੋਡ ਵਰਡ ਬੋਲ ਦਿਓ ਤਾਂ ਠੀਕ ਹੈ ਸਭ ਕੁਝ। ਨਾ ਨਾ ਨਾ, ਯਿਸੂ ਮਸੀਹ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸਵੀਕਾਰ ਕਰਨਾ ਪੈਂਦਾ। ਪ੍ਰਭੂ ਯਿਸੂ ਮਸੀਹ ਨੂੰ ਦੱਸਣਾ ਪੈਂਦਾ ਕਿ ਪ੍ਰਭੂ ਮੈਂ ਤਾਂ ਕੋੜੀ ਹਾਂ, ਮੈਂ ਕੋੜੀ ਹਾਂ, ਮੇਰੇ ਪੱਲੇ ਕੁਛ ਨਹੀਂ ਗਾ, ਮੈਂ ਸਭ ਕੁਝ ਕਰਕੇ ਦੇਖ ਲਿਆ ਹੈ। ਸੋ ਮੈਂ ਆਪਣੇ ਆਪ ਨੂੰ ਤੇਰੇ ਹੱਥਾਂ ਦੇ ਵਿੱਚ ਹੁਣ ਛੱਡਦਾ, ਹੁਣ ਜੋ ਕਰਨਾ ਤੂੰ ਕਰਨਾ। ਤੇ ਫਿਰ ਉਹ ਕਹਿੰਦਾ ਕਿ ਅੱਛਾ ਜੇ ਮੈਂ ਕਰਨਾ ਜੋ ਕੁਛ ਮੈਂ ਕਰਨਾ ਤੇ ਫਿਰ ਦੇਖ ਕੀ ਹੁੰਦਾ। ਸੋ ਉਹਦੇ ਲਈ ਕਿਹਾ ਗਿਆ ਸੰਸਾਰ ਉਸ ਨੂੰ ਪ੍ਰਾਪਤ ਨਹੀਂ ਕਰਦਾ। ਮੈਂ ਤੁਹਾਨੂੰ ਅਨਾਥ ਨਹੀਂ ਛੱਡਾਂਗਾ, ਮੈਂ ਤੁਹਾਡੇ ਕੋਲ ਆ ਰਿਹਾ ਹਾਂ। ਥੋੜਾ ਚਿਰ ਹੋਰ ਹੈ, ਫਿਰ ਸੰਸਾਰ ਮੈਨੂੰ ਕਦੀ ਨਹੀਂ ਦੇਖੇਗਾ, ਪਰ ਤੁਸੀਂ ਦੇਖੋਗੇ ਮੈਂ ਜਿਉਂਦਾ ਹਾਂ, ਇਸ ਲਈ ਤੁਸੀਂ ਜੀਓਗੇ। ਔਰ ਇਹ ਹੈ ਸਦੀਵਕ ਜੀਵਨ ਦਾ, ਜਿਹੜਾ ਅਸੀਂ ਕਹਿੰਦੇ ਹਾਂ ਕਿ ਪ੍ਰਭੂ ਦੇ ਯਿਸੂ ਦੇ ਵਿੱਚ ਸਾਨੂੰ ਸਦੀਵਕ ਜੀਵਨ ਮਿਲਿਆ, ਐਵਰਲਾਸਟਿੰਗ ਲਾਈਫ ਮਿਲੀ। ਕਿਉਂ? ਕਿਉਂਕਿ ਪ੍ਰਭੂ ਜਿਹੜਾ ਉਹ ਸਦੀਵਕ ਜੀਵਨ ਆ, ਉਹ ਆਪ ਜੀਵਨ ਆ ਔਰ ਉਹ ਜਿਉਂਦਾ ਆ ਔਰ ਉਹ ਸਾਡੇ ਵਿੱਚ ਆ। ਔਰ ਇਸ ਕਰਕੇ ਉਹ ਮੌਤ ਜਿਸ ਨੂੰ ਸਾਰਾ ਸੰਸਾਰ ਦੇਖੇਗਾ, ਉਹ ਮੌਤ ਸਾਡੀ ਨਹੀਂ ਹੋਏਗੀ, ਔਰ ਉਹ ਹੈ ਆਤਮਾ ਦੀ ਮੌਤ।
ਉਸ ਦੇ ਲਈ ਪ੍ਰਭੂ ਕਹਿ ਰਿਹਾ, ਉਸ ਦਿਨ ਤੁਸੀਂ ਜਾਣੋਗੇ ਕਿ ਮੈਂ ਪਿਤਾ ਵਿੱਚ ਹਾਂ, ਤੁਸੀਂ ਮੇਰੇ ਵਿੱਚ ਹੋ ਅਤੇ ਮੈਂ ਤੁਹਾਡੇ ਵਿੱਚ। ਕਿੰਨਾ ਸੰਪੂਰਨ, ਕਿੰਨੀ ਸੰਪੂਰਨਤਾ ਔਰ ਕਿੰਨੇ ਸਧਾਰਨ ਸ਼ਬਦਾਂ ਦੇ ਵਿੱਚ ਪ੍ਰਭੂ ਨੇ ਸਾਨੂੰ ਇਹ ਚੀਜ਼ਾਂ ਦੱਸੀਆਂ। ਔਰ ਉਸ ਤੋਂ ਬਾਅਦ ਜਿਸ ਵੇਲੇ ਅਸੀਂ ਅੱਗੇ ਆਉਂਦੇ ਹਾਂ ਤੇ ਆਓ ਅਸੀਂ 27ਵੀਂ ਆਇਤ ਤੇ 14ਵਾਂ ਭਾਵ ਉਸ ਦੀ 27 ਆਇਤ ਤੋਂ ਲੈ ਕੇ ਅਸੀਂ 31 ਆਇਤ ਤੱਕ ਦੇਖਾਂਗੇ। ਔਰ ਇੱਥੇ ਪ੍ਰਭੂ ਨੇ ਦੋ ਚੀਜ਼ਾਂ ਫਿਰ ਸਾਨੂੰ ਦਿਖਾਈਆਂ ਜਿਸ ਨੂੰ ਮੈਂ ਪੜ੍ਹਦੇ ਬਸ ਜੀ। ਮੈਂ ਸ਼ਾਂਤੀ ਤੁਹਾਨੂੰ ਦੇ ਰਿਹਾ ਹਾਂ, ਆਪਣੀ ਸ਼ਾਂਤੀ ਤੁਹਾਨੂੰ ਦੇ ਰਿਹਾ ਹਾਂ। ਮੈਂ ਤੁਹਾਨੂੰ ਇਸ ਤਰ੍ਹਾਂ ਨਹੀਂ ਦਿੰਦਾ ਜਿਸ ਤਰ੍ਹਾਂ ਕਿ ਸੰਸਾਰ ਦਿੰਦਾ ਹੈ। ਤੁਹਾਡਾ ਦਿਲ ਨਾ ਘਬਰਾਏ ਅਤੇ ਨਾ ਤੁਸੀਂ ਡਰਨਾ। ਤੁਸੀਂ ਸੁਣਿਆ ਹੈ ਕਿ ਮੈਂ ਤੁਹਾਨੂੰ ਕਿਹਾ ਹੈ, ਮੈਂ ਜਾ ਰਿਹਾ ਹਾਂ ਅਤੇ ਫਿਰ ਤੁਹਾਡੇ ਕੋਲ ਆ ਰਿਹਾ ਹਾਂ। ਜੇਕਰ ਤੁਸੀਂ ਮੈਨੂੰ ਪਿਆਰ ਕਰਦੇ ਤਾਂ ਤੁਸੀਂ ਖੁਸ਼ ਵੀ ਹੁੰਦੇ ਕਿ ਮੈਂ ਪਿਤਾ ਕੋਲ ਜਾ ਰਿਹਾ ਹਾਂ, ਕਿਉਂਕਿ ਪਿਤਾ ਮੇਰੇ ਤੋਂ ਮਹਾਨ ਹੈ। ਹੁਣ ਤੁਹਾਨੂੰ ਇਹ ਸਭ ਜੋ ਹੋਣ ਤੋਂ ਪਹਿਲਾਂ ਹੀ ਦੱਸ ਦਿੱਤਾ ਹੈ, ਤਾਂ ਜੋ ਜਦੋਂ ਇਹ ਹੋਵੇ ਤੁਸੀਂ ਵਿਸ਼ਵਾਸ ਕਰੋ। ਮੈਂ ਤੁਹਾਡੇ ਨਾਲ ਹੋਰ ਜ਼ਿਆਦਾ ਦੇਰ ਨਹੀਂ ਬੋਲਾਂਗਾ, ਕਿਉਂਕਿ ਇਸ ਸੰਸਾਰ ਦਾ ਸਰਦਾਰ ਆ ਰਿਹਾ ਹੈ। ਉਸ ਨੂੰ ਮੇਰੇ ਉੱਤੇ ਕੋਈ ਅਧਿਕਾਰ ਨਹੀਂ, ਪਰ ਫਿਰ ਵੀ ਜਿਸ ਤਰ੍ਹਾਂ ਪਿਤਾ ਨੇ ਮੈਨੂੰ ਘੱਲਿਆ ਹੈ, ਮੈਂ ਉਸੇ ਤਰ੍ਹਾਂ ਕਰਦਾ ਹਾਂ ਕਿ ਦੁਨੀਆ ਜਾਣੇ ਕਿ ਮੈਂ ਪਿਤਾ ਨੂੰ ਪਿਆਰ ਕਰਦਾ ਹਾਂ। ਉੱਠੋ, ਇੱਥੋਂ ਚੱਲੀਏ। ਆਮੀਨ। ਚਲੀਏ। ਦੁਨੀਆ ਦਾ ਸਰਦਾਰ ਆ ਰਿਹਾ, ਪ੍ਰਭੂ ਯਿਸੂ ਮਸੀਹ ਦੇ ਹੁਣ ਥੋੜੇ ਦਿਨ ਰਹਿ ਗਏ ਧਰਤੀ ਦੇ ਉੱਤੇ। ਹੁਣ ਉਹ ਮੁੜ ਕੇ ਪਰਤਾਉਣ ਆ ਰਿਹਾ ਪ੍ਰਭੂ ਯਿਸੂ ਮਸੀਹ ਨੂੰ ਗਤਸਮਨੀ ਦੇ ਬਾਗ ਦੇ ਵਿੱਚ। ਤੇ ਇਹ ਪਿਆਲਾ ਤੈਨੂੰ ਪੀਣ ਦੀ ਕੀ ਲੋੜ ਪਈ? ਤੂੰ ਇਹਨਾਂ ਦੇ ਲਈ ਪੀਣਾ? ਇਹਨਾਂ ਇੱਕ ਨੇ ਤਾਂ ਤੈਨੂੰ ਵੇਚ ਦਿੱਤਾ, ਤੈਨੂੰ ਵੇਚਣ ਗਿਆ ਹੈ। ਇੱਕ ਆ ਜਿਹੜਾ ਕਹਿੰਦਾ ਪਿਆ ਵੀ ਮੈਂ ਤੇਰੇ ਲਈ ਮਰੂੰਗਾ, ਇਹਨੇ 3 ਵਾਰੀ ਤੇਰੇ ਲਈ ਨਾ ਕਰਨੀ, ਤੇ ਬਾਕੀ ਨੇ ਦੌੜ ਜਾਣਾ। ਇਹਨਾਂ ਦੇ ਲਈ ਤੂੰ ਇਹ ਪਿਆਲਾ ਲੱਗਾ ਪੀਣ। ਤੇ ਪ੍ਰਭੂ ਯਿਸੂ ਨੇ ਕੀ ਕਿਹਾ? ਇਸ ਦੁਨੀਆ ਦਾ ਸਰਦਾਰ ਆ ਰਿਹਾ, ਪਰ ਮੇਰਾ ਉਹਦੇ ਵਿੱਚ ਕੁਛ ਨਹੀਂ। ਇਸ ਕਰਕੇ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਕਿਹਾ ਸੀ, ਦੁਆ ਕਰੋ, ਦੁਆ ਕਰੋ ਕਿਤੇ ਡਿੱਗ ਨਾ ਪਓ, ਕਿਤੇ ਪ੍ਰੀਖਿਆ ਦੇ ਵਿੱਚ ਡਿੱਗ ਨਾ ਪਓ। ਮੈਂ ਤੁਹਾਡੇ ਲਈ ਦੁਆ ਕੀਤੀ ਹੈ ਕਿ ਤੁਸੀਂ ਕਿਤੇ ਪ੍ਰੀਖਿਆ ਦੇ ਵਿੱਚ ਡਿੱਗ ਨਾ ਪਓ, ਕਿਉਂਕਿ ਪ੍ਰੀਖਿਆ ਦਾ ਸਮਾਂ ਉਹਨਾਂ ਦੇ ਉੱਤੇ ਆ ਰਿਹਾ ਸੀ। ਸੋ ਪ੍ਰਭੂ ਯਿਸੂ ਮਸੀਹ ਨੇ, ਇਹ ਕੋਈ ਅਚਾਨਕ ਨਹੀਂ ਹੋਇਆ ਕਿ ਜੀ ਉਹਨਾਂ ਨੇ ਇਹ ਚੀਜ਼ ਸਾਨੂੰ ਝਟ ਕਹਿ ਦਿੱਤੀ ਕਿ ਅਸੀਂ ਤੁਹਾਨੂੰ ਮੈਂ ਆਤਮਾ ਦਊਂ, ਤੁਹਾਨੂੰ ਮੈਂ ਆਪਣਾ ਬਲ ਦਊਂ। ਸ਼ੁਰੂ ਤੋਂ ਪ੍ਰਭੂ ਯਿਸੂ ਮਸੀਹ ਸਾਨੂੰ ਇਹ ਚੀਜ਼ ਦੱਸਦੇ ਆ ਰਹੇ ਸੀ। ਸ਼ੁਰੂ ਤੋਂ ਇਹ ਦੋ ਚੀਜ਼ਾਂ ਅਸੀਂ ਲਗਾਤਾਰ ਦੇਖਦੇ ਆ ਰਹੇ ਸੀ। ਜਿਸ ਲਈ ਪ੍ਰਭੂ ਯਿਸੂ ਮਸੀਹ ਨੇ, ਅਸੀਂ ਕੱਲ ਪੜ੍ਹਿਆ ਸੀ, ਜਿਸ ਲਈ ਪ੍ਰਭੂ ਯਿਸੂ ਮਸੀਹ ਨੇ ਆਪਣੇ 72 ਚੇਲੇ ਕੱਢੇ ਆ ਔਰ ਉਹਨਾਂ ਨੂੰ ਦੱਸਿਆ ਕੀ ਕਰਨਾ, ਉਹ ਸਾਰਾ ਕੁਝ ਕਰਕੇ ਆਏ, ਉਹ ਬੜੇ ਖੁਸ਼। ਤੇ ਪ੍ਰਭੂ ਯਿਸੂ ਮਸੀਹ ਨੇ ਉੱਥੇ ਵੀ ਉਹਨਾਂ ਨੂੰ ਇਹ ਚੀਜ਼ ਕਹੀ ਸੀ, ਇਸ ਚੀਜ਼ ਦੀ ਖੁਸ਼ੀ ਨਾ ਮਨਾਓ ਕਿ ਭੂਤ ਤੁਹਾਡੇ ਨਾਂ ਤੇ ਦੌੜੇ, ਪਰ ਇਸ ਚੀਜ਼ ਦੀ ਖੁਸ਼ੀ ਮਨਾਓ ਕਿ ਤੁਹਾਡੇ ਨਾਂ ਜੀਵਨ ਦੀ ਪੋਥੀ ਦੇ ਵਿੱਚ ਲਿਖੇ ਗਏ ਆ। ਮੈਂ ਸ਼ੈਤਾਨ ਨੂੰ ਬਿਜਲੀ ਦੀ ਤਰ੍ਹਾਂ ਧਰਤੀ ਤੇ ਡਿੱਗਦਾ ਦੇਖਿਆ। ਮੈਂ ਸ਼ੈਤਾਨ ਨੂੰ ਬਿਜਲੀ ਦੀ ਤਰ੍ਹਾਂ ਧਰਤੀ ਤੇ ਡਿੱਗਦਾ ਦੇਖਿਆ। ਕਿਉਂਕਿ ਪਹਿਲਾਂ ਤਾਂ ਇੱਕ ਜਾਣਾ ਪ੍ਰਚਾਰ ਕਰ ਰਿਹਾ ਸੀ, ਯਿਸੂ ਆਪ, ਹੁਣ ਉਹਨੇ 72 ਘੱਲੇ ਆ। ਸੋ ਉਸ ਨੂੰ ਇਹ ਪੈ ਗਿਆ ਕਿ ਇਹ ਕੀ ਹੋ ਗਿਆ, ਇਹ ਕੀ ਹੋ ਗਿਆ। ਧਰਤੀ ਤੇ ਉਹ ਉਸੇ ਵੇਲੇ ਆਇਆ। ਔਰ ਇਸ ਕਰਕੇ, ਕਿਉਂਕਿ ਬਾਅਦ ਦੇ ਵਿੱਚ ਅਸੀਂ ਦੇਖਿਆ ਕਿ ਜਿਸ ਲਈ ਯਿਸੂ ਦੀ ਪਰਖ ਮੁੱਕ ਗਈ, ਸਭ ਕੁਝ ਮੁੱਕ ਗਿਆ, ਤਾਂ ਹੁਣ ਉਹ ਬਾਅਦ ਦੇ ਵਿੱਚ ਕਿਹਨਾਂ ਦੇ ਪਿੱਛੇ? ਉਹ ਉਹਨਾਂ ਲੋਕਾਂ ਦੇ ਪਿੱਛੇ ਆ ਜਿਨ੍ਹਾਂ ਨੇ, ਜਿਸ ਲਈ ਅਸੀਂ ਪ੍ਰਕਾਸ਼ ਦੀ ਪੋਥੀ ਪੜ੍ਹੀ ਆ, ਉਹ ਉਹਨਾਂ ਲੋਕਾਂ ਦੇ ਪਿੱਛੇ ਆ ਜੋ ਪ੍ਰਭੂ ਦਾ ਸ਼ੁਭ ਸਮਾਚਾਰ ਸੁਣਾ ਰਹੇ, ਜੋ ਪ੍ਰਭੂ ਦੇ ਸ਼ੁਭ ਸਮਾਚਾਰ ਦਾ ਪ੍ਰਚਾਰ ਕਰਦੇ ਪਏ, ਜੋ ਪ੍ਰਭੂ ਦੇ ਵਿੱਚ ਉਸਦੇ ਲੋਕ। ਹੁਣ ਉਹਨਾਂ ਦੇ ਖਿਲਾਫ ਉਹ ਉਹਨਾਂ ਨੂੰ ਉਸ ਰਸਤੇ ਤੋਂ ਜਾਣ ਨੂੰ ਰੋਕਦਾ ਪਿਆ, ਜਿਹੜਾ ਛੋਟਾ ਰਸਤਾ ਜ਼ਿੰਦਗੀ ਨੂੰ ਜਾ ਰਿਹਾ। ਔਰ ਉਹ ਚਾਹੁੰਦਾ ਕਿ ਉਹ ਇਸ ਵੱਡੇ ਰਸਤੇ ਤੇ, ਜਿਹਦਾ ਯਹੂਦੀ ਪਏ ਹੋਏ ਸੀਗੇ ਕਿ ਉਹ ਬੁੱਤਾਂ ਦੀ ਵੀ ਪੂਜਾ ਕਰੀ ਜਾਂਦੇ ਸੀਗੇ, ਵਾਪਸ ਆ ਕੇ ਪ੍ਰਭੂ ਦੀ ਵੀ ਪੂਜਾ ਕਰੀ ਜਾਂਦੇ ਸੀ। ਉੱਥੇ ਇਹ ਕਹੀ ਜਾਂਦੇ ਸੀ ਅਸੀਂ ਇੱਕ ਪ੍ਰਭੂ ਨੂੰ ਮੰਨਦੇ ਹਾਂ, ਬਾਅਦ ਜਗ੍ਹਾ ਜਗ੍ਹਾ ਜਾ ਕੇ ਸਾਰੇ ਕੰਮ ਕਰਦੇ ਪਏ ਸੀ।
ਔਰ ਉਹ ਉਹਨਾਂ ਚੀਜ਼ਾਂ ਦੇ ਵਿੱਚ ਪਏ ਹੋ ਸੀ। ਸੋ ਪ੍ਰਭੂ ਇਹ ਕਹਿ ਰਿਹਾ ਕਿ ਮੈਂ ਤੁਹਾਡੇ ਨਾਲ ਹਾਂ, ਮੇਰਾ ਬਲ ਤੁਹਾਡੇ ਨਾਲ, ਮੇਰੀ ਤਾਕਤ ਤੁਹਾਡੇ ਨਾਲ, ਤੁਸੀਂ ਕਿਸੇ ਚੀਜ਼ ਤੋਂ ਨਾ ਡਰੋ। ਸੋ ਇਸ ਕਰਕੇ ਉਹ ਚੀਜ਼ ਜਿਹੜੀ ਪ੍ਰਭੂ ਨੇ ਸਾਡੇ ਲਈ ਓਪਨ ਰੱਖੀ ਹੋਆ ਕਿ ਉਸ ਦਾ ਬਲ ਔਰ ਉਸ ਦੀ ਤਾਕਤ ਉਸ ਨੂੰ ਪ੍ਰਾਪਤ ਕਰੋ। ਔਰ ਅਸੀਂ ਇੱਕ ਹਿੱਸਾ ਹੋਰ ਦੇਖਾਂਗੇ ਪਵਿੱਤਰ ਆਤਮਾ ਦਾ ਜਿਹੜਾ ਸਾਨੂੰ ਬਲ ਦਿੱਤਾ ਗਿਆ ਉਸ ਦੇ ਬਾਰੇ। ਯਹੂਨਾ ਦਾ 16ਵਾਂ ਭਾਵ ਔਰ ਅਸੀਂ ਉਸਦੀ ਜਿੱਥੇ 195 ਪੰਨਾ ਜਿਸਨੂੰ ਮਿਲ ਜਾਏ ਔਰ ਉੱਥੇ ਜਿੱਥੇ ਲਿਖਿਆ ਪਵਿੱਤਰ ਆਤਮਾ ਦੇ ਕੰਮ, ਇਹ ਚੌਥੀ ਆਇਤ ਦਾ ਅੱਧੇ ਤੋਂ ਸ਼ੁਰੂ ਹੁੰਦਾ। ਮੈਂ ਤੁਹਾਨੂੰ ਆਰੰਭ ਤੋਂ ਇਹ ਗੱਲਾਂ ਨਾ ਦੱਸੀਆਂ ਕਿਉਂਕਿ ਮੈਂ ਤੁਹਾਡੇ ਨਾਲ ਸੀ। ਲੇਕਿਨ ਹੁਣ ਪ੍ਰਭੂ ਜਾ ਰਹੇ ਸਰੀਰਕ ਤੌਰ ਤੇ ਉਹ ਇਸ ਸਮੇਂ ਤੇ ਉਹਨਾਂ ਦੇ ਨਾਲ ਸੀ। ਹੁਣ ਪ੍ਰਭੂ ਦਾ ਆਤਮਾ ਸਾਡੇ ਨਾਲ। ਸੋ ਇਹ ਚੀਜ਼ਾਂ ਪ੍ਰਭੂ ਉਹਨਾਂ ਨੂੰ ਦੱਸਦੇ ਪਏ, ਜਿਸ ਨੂੰ ਮਿਲ ਜਾਏ 4 ਆਇਤ ਤੋਂ ਲੈ ਕੇ ਇਸ ਨੂੰ 15 ਆਇਤ ਤੱਕ। ਮੈਂ ਇਹ ਗੱਲਾਂ ਇਸ ਲਈ ਤੁਹਾਨੂੰ ਕਹੀਆਂ ਹਨ ਕਿ ਜਦੋਂ ਇਹਨਾਂ ਦਾ ਵੇਲਾ ਆਏ ਤਾਂ ਤੁਹਾਨੂੰ ਯਾਦ ਰਹੇ ਕਿ ਮੈਂ ਤੁਹਾਨੂੰ ਇਹਨਾਂ ਬਾਰੇ ਦੱਸ ਦਿੱਤਾ ਹੈ। ਪਵਿੱਤਰ ਆਤਮਾ ਦਾ ਕੰਮ, ਮੈਂ ਤੁਹਾਨੂੰ ਆਰੰਭ ਤੋਂ ਇਹ ਗੱਲਾਂ ਨਾ ਦੱਸੀਆਂ ਕਿਉਂਕਿ ਮੈਂ ਤੁਹਾਡੇ ਨਾਲ ਸੀ। ਪਰ ਹੁਣ ਮੈਂ ਆਪਣੇ ਘੱਲਣ ਵਾਲੇ ਕੋਲ ਜਾ ਰਿਹਾ ਹਾਂ। ਪਰ ਤੁਹਾਡੇ ਵਿੱਚੋਂ ਕਿਸੇ ਨੇ ਮੇਰੇ ਤੋਂ ਨਹੀਂ ਪੁੱਛਿਆ ਕਿ ਤੂੰ ਕਿੱਥੇ ਜਾ ਰਿਹਾ ਹੈ, ਕਿਉਂਕਿ ਹੁਣ ਮੈਂ ਤੁਹਾਨੂੰ ਇਹ ਗੱਲਾਂ ਦੱਸ ਦਿੱਤੀਆਂ ਹਨ। ਇਸ ਲਈ ਤੁਹਾਡਾ ਦਿਲ ਸ਼ੋਕ ਨਾਲ ਭਰ ਗਿਆ ਹੈ। ਪਰ ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਮੇਰਾ ਜਾਣਾ ਤੁਹਾਡੇ ਲਈ ਲਾਭਬੰਦਾ ਹੈ ਕਿ ਮੈਂ ਜਾ ਰਿਹਾ ਹਾਂ, ਕਿਉਂਕਿ ਜੇਕਰ ਮੈਂ ਨਾ ਜਾਵਾਂ ਤਾਂ ਮਦਦਗਾਰ ਤੁਹਾਡੇ ਕੋਲ ਨਹੀਂ ਆਏਗਾ। ਪਰ ਜੇਕਰ ਮੈਂ ਜਾਵਾਂ ਤਾਂ ਮੈਂ ਉਸ ਨੂੰ ਤੁਹਾਡੇ ਕੋਲ ਘੱਲਾਂਗਾ। ਜਦੋਂ ਉਹ ਆਏਗਾ ਤਾਂ ਉਹ ਦੁਨੀਆ ਨੂੰ ਪਾਪ ਦੇ ਬਾਰੇ, ਧਾਰਮਿਕਤਾ ਦੇ ਬਾਰੇ ਅਤੇ ਨਿਆਂ ਦੇ ਬਾਰੇ ਦੋਸ਼ੀ ਸਿੱਧ ਕਰੇਗਾ। ਪਾਪ ਦੇ ਬਾਰੇ ਕਿਉਂਕਿ ਉਹ ਮੇਰੇ ਉੱਤੇ ਵਿਸ਼ਵਾਸ ਨਹੀਂ ਕਰਦੇ। ਧਾਰਮਿਕਤਾ ਦੇ ਬਾਰੇ ਕਿਉਂਕਿ ਮੈਂ ਪਿਤਾ ਕੋਲ ਜਾ ਰਿਹਾ ਹਾਂ ਅਤੇ ਥੋੜੀ ਦੇਰ ਦੇ ਪਿੱਛੋਂ ਤੁਸੀਂ ਮੈਨੂੰ ਫਿਰ ਨਹੀਂ ਦੇਖੋਗੇ। ਨਿਆਂ ਦੇ ਬਾਰੇ ਕਿਉਂਕਿ ਦੁਨੀਆ ਦਾ ਸਰਦਾਰ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ। ਮੈਂ ਤੁਹਾਨੂੰ ਹੋਰ ਵੀ ਬਹੁਤ ਕੁਝ ਕਹਿਣਾ ਹੈ, ਪਰ ਇਸ ਵੇਲੇ ਉਸ ਨੂੰ ਸਹਿਣ ਕਰਨ ਦੀ ਸ਼ਕਤੀ ਤੁਹਾਡੇ ਵਿੱਚ ਨਹੀਂ ਹੈ। ਪਰ ਜਦੋਂ ਸੱਤ ਦਾ ਆਤਮਾ ਆਏਗਾ ਉਹ ਤੁਹਾਨੂੰ ਸੰਪੂਰਨ ਸੱਤ ਵੱਲ ਲੈ ਚੱਲੇਗਾ। ਉਹ ਆਪਣੇ ਵੱਲੋਂ ਕੁਝ ਨਹੀਂ ਬੋਲੇਗਾ, ਪਰ ਉਹੀ ਕਹੇਗਾ ਜੋ ਸੁਣੇਗਾ ਅਤੇ ਅੱਗੇ ਹੋਣ ਵਾਲੀਆਂ ਗੱਲਾਂ ਤੁਹਾਨੂੰ ਦੱਸੇਗਾ। ਉਹ ਮੇਰੀ ਹੀ ਵਡਿਆਈ ਕਰੇਗਾ ਕਿਉਂਕਿ ਜੋ ਮੇਰਾ ਹੈ ਉਹ ਉਸ ਨੂੰ ਲਵੇਗਾ ਅਤੇ ਤੁਹਾਨੂੰ ਦੱਸੇਗਾ। ਸਭ ਜੋ ਕੁਝ ਪਿਤਾ ਦਾ ਹੈ ਉਹ ਮੇਰਾ ਹੀ ਹੈ। ਇਸੇ ਕਾਰਨ ਮੈਂ ਕਿਹਾ ਕਿ ਆਤਮਾ ਜੋ ਕੁਝ ਮੇਰਾ ਹੈ ਉਸ ਨੂੰ ਲਵੇਗਾ ਅਤੇ ਤੁਹਾਨੂੰ ਦੱਸੇਗਾ। ਇੱਥੇ ਤੱਕ ਹੀ ਪੜ੍ਹਨਾ ਬਸ। ਤੁਹਾਨੂੰ ਆਤਮਾ ਜੋ ਕੁਝ ਮੇਰਾ ਉਹ ਲਏਗਾ, ਤੁਹਾਨੂੰ ਦੱਸੇਗਾ। ਮੈਂ ਤੁਹਾਡੇ ਵਿੱਚ, ਮੈਂ ਤੁਹਾਡਾ ਬਲ ਹਾਂ। ਸੋ ਅਸੀਂ ਉਸ ਦੇ ਨਾਲ ਆਪ ਨਹੀਂ ਲੜਦੇ ਫਿਰਦੇ। ਸੋ ਹੁਣ ਜਿਸਲੇ ਅਸੀਂ ਸਾਰੇ ਪ੍ਰਭੂ ਦੇ ਹਥਿਆਰਾਂ ਨੂੰ ਦੇਖਾਂਗੇ ਤਾਂ ਆਹ ਜਿਹੜੇ ਅਸੀਂ ਹਿੱਸੇ ਪੜ੍ਹੇ ਆ, ਇਹਨਾਂ ਨੂੰ ਹੁਣ ਅਸੀਂ ਬੇਸ ਬਣਾ ਕੇ, ਇਹਨਾਂ ਨੂੰ ਅਸੀਂ ਆਪਣੀ ਫਾਊਂਡੇਸ਼ਨ ਬਣਾ ਕੇ ਇਹਦੇ ਉੱਤੇ ਅਸੀਂ ਉਹਨਾਂ ਸਾਰੇ ਹਥਿਆਰਾਂ ਨੂੰ ਜਿਹੜੇ ਪ੍ਰਭੂ ਨੇ ਸਾਨੂੰ ਦਿੱਤੇ ਆ, ਉਸ ਚੀਜ਼ ਦੀ ਉਸਾਰੀ ਕਰਾਂਗੇ ਅਗਲੀਆਂ ਆਉਣ ਵਾਲੀਆਂ ਆਇਤਾਂ। ਔਰ ਉਸ ਦੇ ਵਿੱਚੋਂ ਅਸੀਂ ਦੇਖਾਂਗੇ ਕਿ ਪ੍ਰਭੂ ਨੇ ਸਾਨੂੰ ਇਹ ਜਿਹੜੀ ਭਲਾਈ ਦਿੱਤੀ ਆ, ਇਸ ਨੂੰ ਅਸੀਂ ਇਸ ਦਾ ਉਪਯੋਗ ਅਸੀਂ ਕਿਸ ਤਰ੍ਹਾਂ ਕਰ ਸਕਦੇ ਹਾਂ, ਇਸ ਨੂੰ ਕਿੱਦਾਂ ਅਸੀਂ ਆਪਣੇ ਬਚਾਓ ਦੇ ਲਈ, ਕਿਸ ਤਰ੍ਹਾਂ ਇਸ ਨੂੰ ਆਪਣੇ ਪਰਿਵਾਰਾਂ ਦੇ ਬਚਾਓ ਦੇ ਲਈ, ਕਿਸ ਤਰ੍ਹਾਂ ਅਸੀਂ ਇਸ ਨੂੰ ਆਪਣੇ ਭੈਣ ਭਰਾਵਾਂ ਦੇ ਬਚਾਓ ਦੇ ਲਈ ਵਰਤ ਸਕਦੇ ਹਾਂ। ਸੋ ਇੱਕ ਸਾਡੇ ਵਾਸਤੇ ਨਹੀਂ ਦਿੱਤੇ ਗਏ, ਇਕੱਲੇ ਸਾਡੇ ਵਾਸਤੇ ਨਹੀਂ ਦਿੱਤੇ ਗਏ, ਪਰ ਇਹ ਸਾਡਿਆਂ ਦੇ ਵਾਸਤੇ ਦਿੱਤੇ ਗਏ। ਇਹ ਪੂਰੇ ਪਰਿਵਾਰ, ਜਿੱਥੇ ਮਸੀਹੀ ਪਰਿਵਾਰ ਹੈਗਾ ਸਾਡਾ, ਕਿਉਂਕਿ ਮਸੀਹ ਦੇ ਵਿੱਚ ਜਿੱਥੇ ਮਸੀਹੀ ਆ, ਜਿਸਨੇ ਪ੍ਰਭੂ ਯਿਸੂ ਮਸੀਹ ਨੂੰ ਆਪਣੀ ਜ਼ਿੰਦਗੀ ਦਿੱਤੀ ਆ, ਉਹ ਸਾਡੇ ਪਰਿਵਾਰ ਦਾ ਮੈਂਬਰ ਆ, ਸਾਡੇ ਸਰੀਰ ਦਾ ਅੰਗ। ਸੋ ਇਹ ਸਾਰੇ ਸਰੀਰ ਨੂੰ ਦਿੱਤੇ ਗਏ ਔਰ ਸਾਰੇ ਸਰੀਰ ਨੂੰ ਇਸ ਕਰਕੇ ਦਿੱਤੇ ਗਏ ਆ ਕਿ ਅਸੀਂ ਐਜ਼ ਅ ਫੈਮਿਲੀ ਪ੍ਰਭੂ ਦੇ ਵਿੱਚ ਵਧੀਏ। ਸੋ ਕੱਲ ਤੋਂ ਅਸੀਂ ਇਹਨਾਂ ਹਥਿਆਰਾਂ ਨੂੰ ਦੇਖਣ ਦੀ ਕੋਸ਼ਿਸ਼ ਕਰਾਂਗੇ, ਇਹਨਾਂ ਨੂੰ ਦੇਖਾਂਗੇ ਕਿ ਪ੍ਰਭੂ ਨੇ ਇਹ ਹਥਿਆਰ ਕਿਉਂ ਦਿੱਤੇ, ਕਿਸ ਤਰ੍ਹਾਂ ਦਿੱਤੇ, ਉਸ ਦਾ ਮੰਤਵ ਕੀ ਆ ਔਰ ਉਸ ਦਾ ਉਪਯੋਗ ਕੀ ਆ, ਉਸ ਦਾ ਉਪਯੋਗ ਕੀ ਆ। ਆਓ ਦੁਆ ਕਰੀਏ ਆਪਣੇ ਆਪ ਨੂੰ ਪ੍ਰਭੂ ਦੇ ਹੱਥਾਂ ਦੇ ਵਿੱਚ। ਪ੍ਰਭੂ ਜੀ, ਤੇਰਾ ਬਹੁਤ ਸ਼ੁਕਰ ਕਰਦੇ ਹਾਂ ਤੇਰੇ ਇਸ ਪਿਆਰੇ ਵਚਨ ਦੇ ਲਈ ਜੋ ਤੂੰ ਸਾਨੂੰ ਦਿੱਤਾ। ਮੇਰੇ ਪਿਆਰੇ ਪ੍ਰਭੂ, ਅਸੀਂ ਤੇਰਾ ਸ਼ੁਕਰ ਕਰਦੇ ਹਾਂ ਕਿ ਤੂੰ ਮਹਾਨ ਪਰਮੇਸ਼ਰ, ਲੇਕਿਨ ਫਿਰ ਵੀ ਤੂੰ ਪ੍ਰਭੂ ਜੀ ਸਾਡੇ ਵਰਗੇ ਛੋਟਿਆਂ ਦੇ ਉੱਤੇ ਆਪਣੀ ਨਜ਼ਰ ਸਾਡੇ ਲਈ ਪ੍ਰਭੂ ਜੀ ਮਸੀਹ ਨੇ ਜਾਨ ਦਿੱਤੀ
और सानू उसने किड्डा वड्डा एक अहुदा दिता तो उसने सानू अपने परमेश्वर की संतान और संतान होने के नाते प्रभु जी असी जानते हैं कि अगर वैरी प्रभु जी यसू दे नाल लड़िया तो सानू भी कला नहीं छड़ेगा। इस करके प्रभु जी तो ये सारे हथियार और सानू ये सब कुछ दिता गया कि एज अ परिवार प्रभु जी असी एक दूसरे का बचा। मेरे प्यारे प्रभु आने वाले दिनों के विच तू सानू बरकत दें कि असी अपने लिए और अपनियां दे लिए बरकत का काम और प्रभु जी जिस तो सानू दूर रहना चाहिए जो साडे ते सानू आले दुआले टोलदा प्रभु जी उस दियां चालां तो प्रभु जी असी बच सके। देखी जान वाली जंग और अणदेखी जंग प्रभु जी उससे इस समय के लिए असी तेरा बहुत शुक्र करते हैं। थोड़ा जिहा समा तू सानू दिना जिस दे नाल प्रभु जी असी तेरे वचन दे विच मजबूत होने। प्यारे प्रभु साडे अगे साडे पिछे साडे सच्चे और खब्बे पैरों दे विच प्रभु जी तेरा छोटा रास्ता स्वर्ग तो निगाह बन और साडे अंदर प्रभु जी तेरा वास करे और सानू उस छोटे रास्ते के उत्ते लैके चले और जिसते चलते प्रभु जी असी घर प्रभु जी साडी राखी इस समय दे विच तू करे साडा बचाव तू करे। एक बार फिर प्रभु जी असी अपने आप नू अपने परिवारां नू और अपनी चर्च नू खुदावन तेरे पवित्र हत्थां दे विच मसीह यीशु दे मिठे और प्यारे नाम और सारे प्लस खुदावन तुहानू बरकत। कल सेम टाइम मिलांगे और कल तो असी हथियारां नू जो प्रभु ने सानू दित्ते उन्हां नू